ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਅੱਜ ਵਿਚਾਰ ਤਕਰਾਰ ਦੇ ਵਿੱਚ ਇੱਕ ਖਾਸ ਮਹਿਮਾਨ ਸਾਡੇ ਨਾਲ ਜੁੜਨਗੇ। ਉਹ ਮਹਿਮਾਨ ਜਿਹਦੀ ਗੱਲ ਅੱਜ ਪੂਰਾ ਭਾਰਤ ਕਰ ਰਿਹਾ, ਜੋ ਇੱਕ ਉਦਾਹਰਣ ਬਣ ਗਏ ਨੇ। ਇੱਕ ਅਜਿਹੇ ਆਈਐਸ ਅਫਸਰ ਜਿਹੜੇ ਮੂਲ ਰੂਪ ਦੇ ਵਿੱਚ ਤਾਂ ਪੰਜਾਬ ਨਾਲ ਸੰਬੰਧਿਤ ਨੇ, ਪੰਜਾਬੀ ਨੇ, ਪਰ ਆਪਣੀਆਂ ਸੇਵਾਵਾਂ ਅੱਜ ਕੱਲ੍ਹ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਨਿਭਾ ਰਹੇ ਨੇ। ਉਹਨਾਂ ਨੂੰ ਮੁੰਬਈ ਦਾ ਰਾਖਾ, ਮੁੰਬਈ ਦਾ ਸੁਪਰ ਹੀਰੋ ਵੀ ਕਿਹਾ ਜਾ ਰਿਹਾ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਇਕਬਾਲ ਚਾਹਲ ਹੋਰਾਂ ਦੀ, ਜੋ ਕਿ BMC ਦੇ ਕਮਿਸ਼ਨਰ ਨੇ ਔਰ ਜੋ ਕੰਮ ਉਹਨਾਂ ਨੇ ਕਰ ਦਿਖਾਇਆ ਉਸ ਦੀ ਮਿਸਾਲ ਸੁਪਰੀਮ ਕੋਰਟ ਤੱਕ ਦੇ ਰਿਹਾ। ਦਰਅਸਲ ਕੋਵਿਡ-19 ਦਾ ਘੇਰਾ ਜਦੋਂ ਵਧਿਆ ਤਾਂ ਬੜੀਆਂ ਸਾਰੀਆਂ ਜ਼ਿੰਮੇਵਾਰੀਆਂ ਇਹਨਾਂ ਦੇ ਉੱਤੇ ਵੀ ਆ ਗਈਆਂ, ਇਕਬਾਲ ਸਿੰਘ ਚਾਹਲ ਹੋਰਾਂ ਦੇ ਉੱਤੇ ਵੀ ਆ ਗਈਆਂ। ਜੋ ਜ਼ਿੰਮੇਵਾਰੀਆਂ ਇਹਨਾਂ ਨੇ ਤਨਦੇਹੀ ਨਾਲ ਨਿਭਾਈਆਂ, ਜੋ ਨੀਤੀਆਂ ਤੇ ਨੀਅਤ ਘੜੀ, ਉਸ ਦੀ ਉਦਾਹਰਨ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ। ਅੱਜ ਅਗਲੇ ਕੁਝ ਮਿੰਟਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਜੇਕਰ ਤੁਹਾਡੀ ਨੀਅਤ ਤੇ ਨੀਤੀ ਸਾਫ਼ ਹੋਵੇ ਤਾਂ ਤੁਸੀਂ ਕੀ ਕੁਝ ਨਹੀਂ ਕਰ ਸਕਦੇ। ਅੱਜ ਚਾਹਲ ਸਾਹਿਬ ਨੂੰ ਹਜ਼ਾਰਾਂ ਜਾਨਾਂ ਬਚਾਉਣ ਦੇ ਲਈ ਕਿਹਾ ਜਾ ਰਿਹਾ ਕਿ ਤੁਸੀਂ ਮੁੰਬਈ ਦੀਆਂ ਹਜ਼ਾਰਾਂ ਜਾਨਾਂ ਬਚਾ ਲਈਆਂ। ਕਿਵੇਂ ਇਹਨਾਂ ਨੇ ਬਚਾਈਆਂ ਇਹ ਜਾਨਾਂ, ਕਿਵੇਂ ਇਹਨਾਂ ਨੇ ਪੂਰੀ ਵਿਉਂਤਬੰਦੀ ਘੜੀ, ਉਹ ਸਾਰਾ ਕੁਝ ਅਗਲੇ ਕੁਝ ਮਿੰਟਾਂ ਦੇ ਵਿੱਚ ਦਿਖਾਵਾਂਗੇ। ਸਾਡੇ ਨਾਲ ਅੱਜ ਇਕਬਾਲ ਚਾਹਲ ਸਾਹਿਬ ਖੁਦ ਮੌਜੂਦ ਨੇ, ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਚਾਹਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਹਰਪ੍ਰੀਤ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਜੀ। ਚਾਹਲ ਸਾਹਿਬ, ਪਹਿਲੇ ਤਾਂ ਤੁਹਾਡੀ ਬਹੁਤ ਸ਼ਲਾਘਾ ਕਰਨੀ ਬਣਦੀ ਹੈ ਜੋ ਤੁਸੀਂ ਕੰਮ ਕੀਤਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ, ਲੋਕਾਂ ਦਾ ਤਨਦੇਹੀ ਦੇ ਨਾਲ ਸਾਥ ਵੀ ਦਿੱਤਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਸਮਝਣਾ ਚਾਹਨਾ ਕਿ ਵਾਕਈ ਤੁਸੀਂ ਵੀ BMC ਵੀ ਤਿਆਰ ਸੀ ਕਿ ਸੈਕੰਡ ਫੇਸ ਦੇ ਲਈ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਪਹਿਲਾ ਫੇਸ ਨਿਕਲ ਗਿਆ, ਦੂਜਾ ਫੇਸ ਇੰਨਾ ਖਤਰਨਾਕ ਹੋ ਸਕਦਾ? ਨਹੀਂ ਜੀ, ਸਾਡੀ ਪੂਰੀ ਤਿਆਰੀ ਸੀਗੀ। ਉਹਦੇ ਮੈਂ ਤੁਹਾਨੂੰ ਦੋ ਸਬੂਤ ਦਿੰਦਾ ਹੈਗਾ ਕਿ ਜਦੋਂ ਸਾਡੇ ਦੀਵਾਲੀ ਦੇ ਆਸ-ਪਾਸ 15 ਨਵੰਬਰ ਨੂੰ ਪਹਿਲਾਂ ਸਾਡਾ ਵੇਵ ਖਤਮ ਹੋ ਗਈ ਸੀਗੀ, ਉਸ ਟਾਈਮ ਸਾਡੇ ਕੋਲੇ 7 ਵੱਡੇ ਜੰਬੋ ਹਸਪੀਟਲ ਸੀ ਬਣਾਏ ਸੀਗੇ, ਇੱਕਦਮ ਖੁੱਲੇ ਰੜੇ ਮੈਦਾਨਾਂ 'ਚ। ਉੱਥੇ 7 ਜੰਬੋ ਹਸਪੀਟਲਾਂ 'ਚ ਅਸੀਂ ਕਰੀਬਨ 250 ਕਰੋੜ ਖਰਚਾ ਕੀਤਾ ਪਿਛਲੇ ਸਾਲ ਅਪ੍ਰੈਲ ਮਈ ਜੂਨ 'ਚ, ਔਰ ਅਸੀਂ 9200 ਬੈੱਡ ਬਣਾਏ, ਜਿਹ 'ਚ ਅਸੀਂ 612 ICU ਬਣਾਏ, ਡਾਇਲਿਸਿਸ ਬੈੱਡ ਬਣਾਏ ਔਰ 70% ਆਕਸੀਜਨ ਬੈੱਡ ਬਣਾਏ। ਔਰ ਆਕਸੀਜਨ ਦੇ ਵੱਡੇ ਵੱਡੇ ਸਟੋਰੇਜ ਟੈਂਕਸ ਬਣਾਏ, ਜਿਵੇਂ ਸਾਈਲੋਜ਼ ਹੁੰਦੇ ਹੈਗੇ, ਜਿੱਥੇ ਹਫ਼ਤੇ ਦੀ ਹਜ਼ਾਰ ਪੇਸ਼ੈਂਟਾਂ ਦੀ ਆਕਸੀਜਨ ਸਟੋਰ ਹੋ ਸਕੇ। ਇਹ ਸਾਡੀ ਤਿਆਰੀ ਫਸਟ ਫੇਸ ਹੋ ਗਈ ਸੀਗੀ। ਪਰ ਜਦੋਂ ਨਵੰਬਰ ਤੋਂ ਬਾਅਦ ਸਾਡੇ ਕੋਲ ਕੇਸ 200-250 ਰਹਿ ਗਏ, ਪੋਜ਼ਿਟਿਵਿਟੀ ਸਾਡੀ 2% 3% ਤੇ ਆ ਗਈ। ਪੂਰਾ ਨਵੰਬਰ, ਦਸੰਬਰ, ਜਨਵਰੀ, 10 ਫਰਵਰੀ ਨੂੰ ਸਾਡੀ ਦੂਸਰੀ ਵੇਵ ਆਈ, ਪਰ ਅਸੀਂ ਇੱਕ ਵੀ ਬੈੱਡ ਅਸੀਂ ਬੰਦ ਨਹੀਂ ਕੀਤਾ, ਕਲੋਜ਼ ਨਹੀਂ ਕੀਤਾ। ਸਾਡੇ 9002 ਬੈੱਡ ਪੂਰੇ ਸਟਾਫ ਦੇ ਨਾਲ, ਮੈਡੀਕਲ ਪੈਰਾਮੈਡੀਕਲ ਨਾਲ ਚੱਲਦੇ ਰਹੇ। ਅਸੀਂ ਤਨਖਾਹ ਦਿੰਦੇ ਰਹੇ ਲੋਕਾਂ ਨੂੰ, ਪਰ ਅਸੀਂ ਇੱਕ ਵੀ ਬੈੱਡ ਬੰਦ ਨਹੀਂ ਕੀਤਾ। ਇੱਥੋਂ ਹਾਲਤ ਇਹ ਸੀਗੀ ਕਿ 15 ਜਨਵਰੀ ਦੇ ਆਸ-ਪਾਸ ਮੇਰੀ ਜਿਹੜੀ ਇੱਕ ਡੀਨ ਹੈਗੀ, ਇੱਥੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਡੀਨ ਕਹਿੰਦੇ ਹੈ, ਜਿਹੜੀ ਡੀਨ ਸੀ ਕਿ ਸਾਡੀ ਨੈਸਕੋ ਸਾਡਾ ਦੁਨੀਆ ਦਾ ਸਭ ਤੋਂ ਵੱਡਾ ਜੰਬੋ ਹਸਪੀਟਲ ਬਣਾਇਆ ਸੀ, 3000 ਬੈੱਡਾਂ ਦਾ, 224 ICU ਉੱਥੇ, ਔਰ 70% ਉੱਥੇ ਆਕਸੀਜਨ ਬੈੱਡਸ ਹੈ। ਉਹਦੀ ਡੀਨ ਮੇਰੇ ਕੋਲੇ ਆਈ 15 ਜਨਵਰੀ ਨੂੰ, ਕਹਿੰਦੀ ਸਿਰਫ 3 ਪੇਸ਼ੈਂਟ ਹੈਗੇ ਮੇਰੇ ਕੋਲ 3000 ਬੈੱਡਾਂ ਤੇ, ਮੈਂ ਬੰਦ ਕਰ ਦਈਏ ਕਿ ਆਪਾਂ, ਜਾਂ ਇਹਨੂੰ ਸ਼ਿਫਟ ਕਰ ਦਈਏ ਹੋਰ ਕਿਤੇ ਹਸਪੀਟਲ 'ਚ। ਮੈਂ ਉਹਨੂੰ ਕਿਹਾ ਵੀ ਤੂੰ 31 ਮਾਰਚ ਤੱਕ ਕੁਛ ਨਹੀਂ ਕਰਨਾ ਔਰ ਇਹ ਚੱਲਣ ਦਿਓ। ਔਰ ਉਸ ਤੋਂ ਇਲਾਵਾ ਅਸੀਂ ਮਤਲਬ ਕਿ ਚਾਹੇ ਦਵਾਈਆਂ ਹੈਗੀਆਂ, ਰੈਮਡੇਸਿਵਿਰ ਸੀਗੀਆਂ, ਔਰ ਚਾਹੇ ਫੈਵੀਪੀਰਾਵੀਰ ਸੀ ਜਾਂ ਟੋਸੀਮੈਬ ਸੀ, ਅਸੀਂ ਲੈਣੀਆਂ ਸ਼ੁਰੂ ਕਰਤੀਆਂ ਸੀਗੀਆਂ। ਹੈਰਾਨੀ ਹੋਏਗੀ ਰਿਸੋਰਸਿਸ ਕਿਵੇਂ ਇਕੱਠੇ ਕੀਤੇ ਤੁਸੀਂ? ਹਾਂਜੀ, ਸਾਡੇ ਰਿਸੋਰਸਿਸ ਇਹ ਹੈਗਾ ਕਿ ਉਹਦੇ ਵਾਸਤੇ ਮੈਂ ਬੜਾ ਖੁਸ਼ਕਿਸਮਤ ਹੈਗਾ ਕਿ ਜਿਹੜਾ ਬੰਬਈ ਦਾ ਮਿਊਨਿਸਪਲ ਕਾਰਪੋਰੇਸ਼ਨ ਹੈ, ਇਹ ਪੂਰੇ ਏਸ਼ੀਆ 'ਚ ਵਨ ਆਫ ਦ ਰਿਚੈਸਟ ਬੋਡੀ ਹੈਗੀ। ਸਾਡੇ ਕੋਲੇ ਜਿਹੜੇ ਰਿਜ਼ਰਵਸ ਹੈਗੀਆਂ ਉਹ ਲਗਭਗ 80,000 ਕਰੋੜ ਹੈ। ਔਰ ਸਾਡਾ ਬਜਟ ਜਿਹੜਾ ਹੈਗਾ ਉਹ ਹਿੰਦੁਸਤਾਨ ਦੇ ਘੱਟੋ ਘੱਟ 20 ਸਟੇਟਾਂ ਤੋਂ ਜ਼ਿਆਦਾ ਬਜਟ ਸਾਡਾ ਹੈਗਾ। ਮਤਲਬ ਸਾਡਾ 60,000 ਕਰੋੜ ਦਾ ਬਜਟ ਹੈ ਸਾਲ ਦਾ, ਔਰ 1 ਲੱਖ ਤੋਂ ਉੱਪਰ ਸਾਡੇ ਕੋਲੇ ਕਰਮਚਾਰੀ ਕੰਮ ਕਰਦੇ ਹੈਗੇ। ਸਾਨੂੰ ਜਗ੍ਹਾ ਤੁਸੀਂ ਪੈਸਾ ਖਰਚਿਆ ਫਿਰ? ਹਾਂਜੀ, ਔਰ ਸਾਡੇ ਕੋਲੇ ਮਤਲਬ ਕਿ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਸੀਗੀ, ਬਟ ਅਸੀਂ ਤਿਆਰੀ ਇਸ ਤਰ੍ਹਾਂ ਕੀਤੀ ਕਿ ਮੈਂ ਹਮੇਸ਼ਾ ਕਈ ਇੰਟਰਵਿਊਆਂ 'ਚ ਕਿਹਾ ਕਿ ਮੇਰੇ ਫਾਦਰ ਮਿਲਟਰੀ ਅਫਸਰ ਸੀਗੇ ਆਰਮਡ ਕੋਰ 'ਚ, ਔਰ ਹਮੇਸ਼ਾ ਮੈਨੂੰ ਕਹਿੰਦੇ ਸੀਗੇ ਵੀ ਜਿਹੜਾ ਲੜਾਈ ਲੱਗਦੀ ਹੈਗੀ ਤੇ ਬੰਦੇ ਲੜਾਈ ਨਹੀਂ ਲੜਦੇ, ਸਿਸਟਮ ਲੜਦੀ ਹੈ ਲੜਾਈ। ਸਿਸਟਮ ਆਟੋ ਪਾਇਲਟ ਚਾਹੀਦੇ ਹੈਗੇ। ਤੇ ਮੈਂ ਜਦੋਂ ਮੈਂ ਜੁਆਇਨ ਕੀਤਾ ਸੀਗਾ ਪਿਛਲੇ ਸਾਲ 8 ਮਈ ਨੂੰ, ਉਦੋਂ ਇੱਥੇ ਅੱਗ ਲੱਗ ਚੁੱਕੀ ਸੀ ਕਰੋਨਾ ਦੀ, ਮਾਰਚ ਅਪ੍ਰੈਲ ਮਈ 'ਚ, ਔਰ ਇੱਕਦਮ ਮਤਲਬ ਕਿ ਪੀਕ ਜਦੋਂ ਇਹ ਹੌਟਸਪੌਟ ਬਣ ਚੁੱਕਿਆ ਸੀ ਦੇਸ਼ ਦਾ ਨੰਬਰ 1। ਔਰ ਜੇ ਮੇਰੀ ਜਦੋਂ ਬਦਲੀ ਹੋਈ, ਮੇਰੇ ਬੜੇ ਦੋਸਤਾਂ ਨੇ ਮੈਨੂੰ WhatsApp ਕੀਤਾ ਕਿ ਤੈਨੂੰ ਵਧਾਈ ਦਈਏ ਕਿ ਨਾ ਦਈਏ, ਕਿ ਵੀ ਮੈਂ ਇਟ ਵਾਸ ਦ ਮੋਸਟ ਹੌਟੈਸਟ ਸੀਟ ਆਫ ਦ ਕੰਟਰੀ। ਬਿਲਕੁਲ। ਉਦੋਂ ਅਸੀਂ ਸੋਚ ਲਿਆ ਕਿ ਵੀ ਇਹ ਲੜਾਈ ਕੋਈ ਮਹੀਨੇ 2 ਮਹੀਨੇ ਦੀ ਹੈ ਨਹੀਂ, ਇਹ ਚੱਲਣੀ ਹੈ 2-3 ਸਾਲ ਘੱਟੋ ਘੱਟ। ਔਰ ਅਸੀਂ ਆਖਿਆ ਵੀ ਜਿੰਨੇ ਵੀ ਸਾਡੇ ਸਿਸਟਮ ਹੈਗੇ ਸਭ ਅਸੀਂ ਆਟੋ ਪਾਇਲਟ ਤੇ ਲਿਆਈਏ, ਔਰ ਇਹਨੂੰ ਲੜਾਈ ਨੂੰ ਲੜੀਏ ਸਿਸਟਮ ਬਣਾ ਕੇ, ਨਾ ਕਿ ਅਸੀਂ ਸੋਚੀਏ ਕਿ ਆਪਾਂ ਮਹੀਨੇ ਬਾਅਦ ਖੜਾ ਛੁਡਾ ਲਾਂਗੇ। ਤੇ ਉਸ ਕਰਕੇ ਸਾਡੇ ਇੰਨੇ ਵਧੀਆ ਸਿਸਟਮ ਬਣ ਗਏ ਸੀਗੇ ਕਿ ਪਹਿਲੇ ਫੇਜ਼ 'ਚ ਸਾਡੇ
ਟੋਟਲ ਤੁਸੀਂ ਸੁਣ ਕੇ ਹੈਰਾਨੀ ਹੋਏਗੀ ਕਿ ਸਾਡੇ ਕੋਲ 3 ਲੱਖ ਕੇਸ ਆਏ ਸਿਰਫ ਕੋਵਿਡ ਪੋਜ਼ਿਟਿਵ ਦੇ, ਔਰ ਸਾਡੇ 11,400 ਮੌਤਾਂ ਹੋਈਆਂ। ਔਰ ਸੈਕੰਡ ਫੇਜ਼ ਸਾਡੇ ਕੋਲ 4 ਲੱਖ ਕੇਸ ਆਏ, 4 ਲੱਖ 2,000 ਅੱਜ ਸਵੇਰ ਤੱਕ, ਔਰ 4 ਲੱਖ 2,000 ਸਿਰਫ 3,000 ਮੌਤਾਂ ਹੋਈਆਂ। ਮਤਲਬ ਕਿ ਡੈਥ ਰੇਟ ਸਾਡਾ ਲਗਭਗ 400% ਥੱਲੇ ਆ ਗਿਆ। ਔਰ ਇਸ ਟਾਈਮ ਸਾਡਾ ਜਿਹੜਾ ਸੈਕੰਡ ਫੇਜ਼ 4 ਲੱਖ ਪੋਜ਼ਿਟਿਵ ਚ ਸਾਡੇ ਜਿਹੜੇ 3,428 ਮੌਤਾਂ ਹੋਈਆਂ, ਇਹ ਲਗਭਗ 0.8% ਬਣਦਾ ਹੈਗਾ ਮੋਰਟੈਲਿਟੀ ਰੇਟ, ਜਿਹੜਾ ਦੁਨੀਆ 'ਚ ਅਸੀਂ ਕਲੇਮ ਕਰਦੇ ਹਾਂ ਕਿ ਲੋਵੇਸਟ ਐਨੀਵੇਅਰ ਇਨ ਦ ਵਰਲਡ ਹੈਗਾ ਇਹ। ਔਰ ਇਵਨ ਅਮਰੀਕਾ, ਨਾਰਥ ਅਮਰੀਕਾ, ਯੂਰਪ 'ਚ ਵੀ 0.8% ਤੁਹਾਨੂੰ ਡੈਥ ਰੇਟ ਨਜ਼ਰ ਨਹੀਂ ਆਏਗਾ ਕਰੋਨਾ ਦਾ, ਜੋ ਅਸੀਂ ਅਚੀਵ ਕਰ ਲਿਆ। ਔਰ ਜਿਹੜੇ ਐਕਸਪਰਟ ਹੈਗੇ ਕਰੋਨਾ ਦੇ, ਉਹ ਵੀ ਕਹਿੰਦੇ ਹੈਗੇ ਵੀ ਜਿਹੜੀ ਹਿਸਟਰੀ ਇਤਿਹਾਸ ਹੈਗਾ ਉਹਨੂੰ ਜੱਜ ਕਰੂਗਾ, ਉਹ ਇਹ ਨਹੀਂ ਜੱਜ ਕਰੂਗਾ ਕਿੰਨੇ ਲੱਖ ਕੇਸ ਆਏ ਸੀ, ਕਿੰਨੇ ਹਜ਼ਾਰ ਕੇਸ ਆਏ ਸੀ, ਉਹਦਾ ਬੈਂਚਮਾਰਕ ਹੋਊਗਾ ਵੀ ਕਿੰਨੇ ਬੰਦੇ ਮਰੇ ਉਹ 'ਚ ਔਰ ਕਿੰਨੀ ਮੋਰਟੈਲਿਟੀ ਰੇਟ ਕੀ ਹੋਇਆ। ਜਿਨ੍ਹਾਂ ਨੇ ਮੋਰਟੈਲਿਟੀ ਰੇਟ ਬੜਾ ਲੋ ਰੱਖਿਆ ਉਹ ਕਾਮਯਾਬੀ ਮਿਲੀ। ਤੁਹਾਨੂੰ ਕੀ ਲੱਗਦਾ ਹੈ ਕਿ ਡੈਥ ਰੇਟ ਕਿਉਂ ਘੱਟ ਸੀਗਾ? ਮੈਂ ਇੱਕ ਛੋਟੀ ਜਿਹੀ ਉਦਾਹਰਨ ਪੰਜਾਬ ਦੀ ਦੇਣਾ। ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਵੱਧ ਡੈਥ ਰੇਟ ਪੰਜਾਬ ਦੇ ਵਿੱਚ ਹੈਗਾ, ਈਵਨ ਕਿ ਡਬਲ ਤੋਂ ਵੀ ਵੱਧ। ਜੇ ਪੂਰੇ ਮੁਲਕ ਦੀ ਐਵਰੇਜ ਕੱਢੀਏ ਤਾਂ 1 ਪੁਆਇੰਟ ਕੁਝ ਬਣਦੀ ਹੈ, ਪੰਜਾਬ ਦੇ ਵਿੱਚ ਇਹ ਹਾਈਐਸਟ ਰੇਟ 2.6 ਤੱਕ ਵੀ ਪਹੁੰਚ ਗਈ ਸੀਗੀ। ਔਰ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਜਿਹੜੇ ਵੀ ਮੰਤਰੀ ਨੇ ਉਹ ਇਹੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਡੈਥ ਰੇਟ ਵਧਣ ਦਾ ਕਾਰਨ ਇਹ ਕਿ ਲੋਕ ਲੇਟ ਪਹੁੰਚਦੇ ਸੀਗੇ ਹਸਪਤਾਲਾਂ ਦੇ ਵਿੱਚ, ਲੋਕ ਘਰਾਂ 'ਚ ਹੀ ਪਏ ਰਹਿੰਦੇ ਸੀਗੇ। ਉਹ ਜਦ ਤੱਕ ਉਹ ਹਸਪਤਾਲ ਪਹੁੰਚਦੇ ਸੀ ਤਦ ਤੱਕ ਉਹ ਸੀਨ ਨਿਕਲ ਜਾਂਦਾ ਸੀਗਾ, ਬੜੇ ਗੰਭੀਰ ਹੋ ਜਾਂਦੇ ਸੀ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੀ ਲੱਗਦਾ ਕਿ ਉੱਥੇ ਡੈਥ ਰੇਟ ਕਿਉਂ ਘੱਟ ਸੀਗਾ? ਇਹ ਦੇਖੋ ਕਿ ਇਹ ਜਿਹੜੇ ਆਪਣੇ ਜਿਹੜੇ ਪੰਜਾਬ ਦੇ ਮਾਨਯੋਗ ਮੰਤਰੀ ਕਹਿ ਰਹੇ ਹੈਗੇ ਗੱਲ ਸਹੀ ਹੈਗੀ, ਕਿਉਂਕਿ ਸਾਡੇ ਵੀ ਪਹਿਲੇ ਫੇਜ਼ 'ਚ ਲੋਕ ਲੇਟ ਪਹੁੰਚਦੇ ਸੀਗੇ ਔਰ ਉਹ ਕਈ ਘੰਟਿਆਂ 'ਚ ਸਾਡੀ ਜਿਹੜੀ ਡੈਥ ਹੋ ਜਾਂਦੀ ਸੀ ਜਿਹੜੇ ਪੇਸ਼ੈਂਟ ਆਉਂਦੇ ਸੀਗੇ। ਪਰ ਅਸੀਂ ਉਸ ਤੋਂ ਬਾਅਦ ਸਾਡਾ ਹੈਲਥ ਸਿਸਟਮ ਇੰਨਾ ਵਧਾਤਾ ਔਰ ਇੱਕ ਅਸੀਂ ਬੜੀ ਚੰਗੀ ਗੱਲ ਕੀਤੀ ਕਿ ਜਿਹੜੇ ਅਸੀਂ ਇਹ 7 ਜੰਬੂਆਂ 'ਚ 9,200 ਬੈੱਡ ਬਣਾਏ, ਉਹ 'ਚੋਂ ਅਸੀਂ 2,000 ਬੈੱਡ ਅਸੀਂ ਆਕਸੀਜਨ ਦੇ ਰੱਖਤੇ, ਸਸਪੈਕਟਡ ਬੈੱਡ, ਕਿਉਂਕਿ ਆਪਣੀ ਜਿਹੜੀ ਟੈਸਟਿੰਗ ਸੀਗੀ ਉਹ ਯੂਰਪ ਤੇ ਅਮਰੀਕਾ ਵਾਂਗ ਇੰਨੀ ਹਾਈ ਨਹੀਂ ਸੀ। ਜੇ ਜਰਮਨੀ 1 ਲੱਖ ਟੈਸਟ ਰੋਜ਼ ਕਰਦਾ ਸੀ ਤਾਂ ਆਪਣੇ 4,000 ਟੈਸਟ ਰੋਜ਼ ਹੁੰਦੇ ਸੀਗੇ ਇੱਕ ਸਟੇਟ 'ਚ ਜਾਂ BMC 'ਚ। ਤਾਂ ਆਪਣੇ ਕੋਲ ਲੈਬਾਂ ਬਹੁਤ ਹੋਈਆਂ ਸੀਗੀਆਂ ਉਸ ਜ਼ਮਾਨੇ 'ਚ, 2 ਲੈਬਾਂ ਸੀਗੀਆਂ ਪੂਰੇ ਮਹਾਰਾਸ਼ਟਰ 'ਚ, ਬੰਬਈ 'ਚ ਇੱਕ ਲੈਬ ਸੀ, ਪੰਜਾਬ 'ਚ ਵੀ ਕਦੀ ਲੈਬ ਹੋਏਗੀ। ਤੋ ਹੁਣ ਸਾਡੇ ਕੋਲ 56 ਲੈਬਾਂ ਹੋ ਗਈਆਂ। ਉਸ ਟਾਈਮ ਅਸੀਂ ਕੀ ਕੀਤਾ ਕਿ ਅੱਜ ਵੀ ਚੱਲ ਰਿਹਾ ਸਿਸਟਮ, ਅਸੀਂ ਲੋਕਾਂ ਨੂੰ ਅਨਾਉਂਸ ਕਰਤਾ, ਪਬਲਿਸਿਟੀ ਸਾਡੇ ਜਿਹੜੇ ਸਾਡੇ ਅਫਸਰ ਹੈਗੇ, ਕਰਮਚਾਰੀ ਹੈਗੇ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਹੈ, ਕਿਸੇ ਦਾ ਟੈਸਟ ਹੋਇਆ ਕਿ ਨਹੀਂ ਹੋਇਆ। ਜੇ ਕਿਸੇ ਦੀ ਤਬੀਅਤ ਵਿਗੜਦੀ ਹੈ, ਉਹਨੂੰ ਸਾਹ ਨਹੀਂ ਆਉਂਦਾ ਜਾਂ ਉਹਨੂੰ ਸਿੰਪਟਮ ਆ ਜਾਂਦੇ ਹੈ, ਉਹਦਾ ਸਵੈਬ ਲਿਆ ਕਿ ਨਹੀਂ ਲਿਆ, ਰਿਪੋਰਟ ਆਈ ਕਿ ਨਹੀਂ ਰਹੀ, ਉਹਨਾਂ ਨੇ ਆਟੋ ਰਿਕਸ਼ਾ ਫੜਨਾ, ਟੈਕਸੀ ਫੜਨੀ, ਐਂਬੂਲੈਂਸ ਫੜਨੀ, ਪੈਦਲ ਜਾਣਾ, ਜਾ ਕੇ ਇਹ 7 ਜੰਬੂਆਂ 'ਚ ਕਿਤੇ ਮਰਜ਼ੀ ਵੜ ਜਾਣਾ। ਔਰ ਉੱਥੇ ਡੀਨਸ ਨੂੰ ਕਿਹਾ ਸੀਗਾ ਕਿ ਇਹਨਾਂ ਦੀ ਵਾਕ ਇਨ ਐਂਟਰੀ ਹੋਏਗੀ, ਇਮੀਡੀਏਟਲੀ ਉਹਨਾਂ ਨੂੰ ਆਕਸੀਜਨ ਤੇ ਪਾਣਾ, ਸਟੈਬਲਾਈਜ਼ ਕਰਨਾ, ਉੱਥੇ ਟੈਸਟਿੰਗ ਕਰਨੀ ਇਹਨਾਂ ਦੀ RT-PCR ਦੀ। ਜੇ ਉੱਥੇ ਪੋਜ਼ਿਟਿਵ ਆ ਗਏ ਤਾਂ ਇਹਨਾਂ ਨੂੰ ਸ਼ਿਫਟ ਕਰ ਦੇਣਾ, ਕੋਵਿਡ ਵਾਰਡ ਨੈਗੇਟਿਵ ਆ ਕੇ ਸਟੈਬਲਾਈਜ਼ ਕਰਕੇ ਘਰੇ ਘੱਲ ਦੇਣਾ। ਅਸੀਂ ਘੱਟੋ ਘੱਟ 20,000 ਬੰਦਿਆਂ ਦੀ ਜਾਨਾਂ ਬਚਾਈਆਂ ਇਸ ਤਰ੍ਹਾਂ, ਜਿਹੜੇ ਲੋਕੀ ਹਾਂਫਦੇ ਆਏ ਮੌਤ ਦੇ ਕਗਾਰ ਤੇ ਔਰ ਅੱਛੇ ਹੋ ਕੇ ਚਲੇ ਗਏ। ਔਰ ਇਹ ਜਿਹੜਾ ਸਸਪੈਕਟਡ ਬੈੱਡ ਸੀਗਾ, ਜੇ ਅਸੀਂ ਕੱਲ ਅਸੀਂ ਲੱਖਾਂ ਟੈਸਟ ਕਰਦੇ ਤਾਂ ਵੀ ਸ਼ਾਇਦ 20,000 ਪੋਜ਼ਿਟਿਵ ਨਾ ਫੜੇ ਜਾਂਦੇ, ਪਰ ਅਸੀਂ ਇਹਨਾਂ ਨੂੰ ਬਿਨਾਂ ਟੈਸਟ ਕੀਤੇ 20,000 ਬੰਦਿਆਂ ਨੂੰ ਇਲਾਜ ਕਰਤਾ ਅਸੀਂ। ਅੱਛਾ ਚਾਲ ਸਾਹਿਬ, ਇੱਕ ਗੱਲ ਹੋਰ, ਪ੍ਰਾਈਵੇਟ ਹਸਪੀਟਲਸ ਦਾ ਬੜਾ ਅਸਰ ਰਹਿੰਦਾ ਹੈ ਇਸ ਪੈਂਡੇਮਿਕ ਦੇ ਵਿੱਚ। ਅਸੀਂ ਦੇਖਿਆ ਕਿ ਪ੍ਰਾਈਵੇਟ ਹਸਪਤਾਲਾਂ ਦੀ ਹਿੱਸੇਦਾਰੀ ਵੀ ਬਹੁਤ ਰਹੀ, ਪਰ ਪ੍ਰਾਈਵੇਟ ਹਸਪਤਾਲਾਂ ਨੇ ਲੁੱਟ ਵੀ ਬਹੁਤ ਕੀਤੀ ਹੈ। ਪੂਰੇ ਇੰਡੀਆ ਦੇ ਵਿੱਚ ਬੜੀਆਂ ਖਬਰਾਂ ਤੁਹਾਨੂੰ ਵੀ ਸੁਣਨ ਨੂੰ ਮਿਲੀਆਂ ਹੋਣੀਆਂ, 8 ਲੱਖ ਰੁਪਏ ਬਿੱਲ ਬਣਾਤਾ, 10 ਲੱਖ ਰੁਪਏ ਬਿੱਲ ਬਣਾਤਾ। ਮੁੰਬਈ ਵਰਗਾ ਸ਼ਹਿਰ ਜਿੱਥੇ ਹਰ ਕੈਟੇਗਰੀ ਦਾ ਬੰਦਾ ਹੈਗਾ, ਬਹੁਤ ਰਿਚ ਵੀ ਹੈਗਾ, ਬੜਾ ਗਰੀਬ ਤਬਕੇ ਦਾ ਵੀ ਹੈਗਾ, ਏਦਾਂ ਤੁਸੀਂ ਇਹ ਬੈਲੈਂਸ ਕਿਵੇਂ ਬਣਾਇਆ? ਪ੍ਰਾਈਵੇਟ ਹਸਪਤਾਲਾਂ ਤੇ ਚੈੱਕ ਕਿਵੇਂ ਰੱਖਿਆ? ਹਰਪ੍ਰੀਤ, ਤੁਹਾਨੂੰ ਸੁਣ ਕੇ ਬੜਾ ਹੈਰਾਨੀ ਹੋਏਗੀ ਕਿ ਸਾਡਾ ਜਿਹੜਾ ਮੁੰਬਈ ਦਾ ਜਿਹੜਾ ਪ੍ਰਾਈਵੇਟ ਹਸਪਤਾਲ ਦਾ ਮਾਡਲ ਹੈ, ਇਹ ਦੁਨੀਆ 'ਚ ਨੰਬਰ 1 ਹੈ। ਸਿਰਫ ਮੈਂ ਵਾਪਸ ਰਿਪੀਟ ਕਰਦਾ, ਸਿਰਫ ਇੰਡੀਆ 'ਚ ਨਹੀਂ, ਇਹ ਨਿਊਯਾਰਕ, ਲਾਸ ਐਂਜਲਸ, ਲੰਡਨ ਦਾ ਵੀ ਅਸੀਂ ਮਤਲਬ ਕਿ ਪਾਸੇ ਕਰਤਾ। ਅਸੀਂ ਜਿਹੜੇ ਸਾਡੇ ਸਿਸਟਮ ਹੈਗਾ, ਅਸੀਂ ਕੀ ਕੀਤਾ ਹੈਗਾ, ਪਿਛਲੇ ਸਾਲ ਜਦੋਂ 8 ਮਈ ਨੂੰ ਮੈਂ ਜੁਆਇਨ ਕੀਤਾ, 18 ਮਈ ਨੂੰ ਮੈਂ ਸਾਡੇ 35 ਵੱਡੇ ਹਸਪੀਟਲ ਹੈਗੇ, ਹੁਣ ਤਾਂ 142 ਮੈਨੂੰ ਜੁੜ ਚੁੱਕੇ ਹੈ। ਪਹਿਲਾਂ 35 ਵੱਡੇ ਸੀਗੇ, ਜਿਹੜੇ ਬ੍ਰੀਚ ਕੈਂਡੀ ਹੈ, ਲੀਲਾਵਤੀ ਹੈ, ਹਿੰਦੂਜਾ ਹੈ, ਨਾਨਾਵਤੀ ਹੈ, ਬੰਬੇ ਹਸਪੀਟਲ ਹੈ, ਸਰ ਵੱਡੇ ਵੱਡੇ ਵਰਲਡ ਫੇਮਸ ਹਸਪੀਟਲ ਹੈ। ਮੈਂ ਇਹਨਾਂ ਦੇ CEOs ਨੂੰ ਬੁਲਾਇਆ, ਮੈਂ ਇਹਨਾਂ ਨੂੰ ਉਹਦੇ ਸਵੇਰੇ ਇੱਕ ਨਿਊਯਾਰਕ ਟਾਈਮ 'ਚ ਇੱਕ ਖਬਰ ਛਪੀ ਸੀਗੀ, ਉਹ ਮੈਂ ਡਾਊਨਲੋਡ ਕਰਕੇ ਮੇਰੇ ਹੱਥ 'ਚ ਉਹਦੀ ਹਾਰਡ ਕਾਪੀ ਸੀ। ਮੈਂ ਉਹਨਾਂ ਨੂੰ ਕਿਹਾ ਦੇਖੋ ਇਹ ਖਬਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ। ਉਹ ਕਹਿੰਦੇ ਵੀ ਨਿਊਯਾਰਕ ਟਾਈਮ ਕਹਿੰਦਾ ਹੈ ਕਿ ਜਿਹੜਾ ਬੰਬਈ ਸੀਗਾ ਸਿੰਗਾਪੁਰ ਤੋਂ ਬਾਅਦ ਕੋਸ਼ਿਸ਼ ਕਰ ਰਿਹਾ ਸੀ ਕਿ ਸਾਊਥ ਏਸ਼ੀਆ ਦਾ ਮੈਡੀਕਲ ਟੂਰਿਜ਼ਮ ਦਾ ਹੱਬ ਬਣ ਜਾਊਗਾ, ਕਿਉਂਕਿ ਜਿਹੜਾ ਅਫਰੀਕਨ ਕੰਟਰੀਜ਼ ਹੈ ਜਾਂ ਦੂਰ ਨਹੀਂ ਇੱਥੋਂ, ਜਾਂ ਮਿਡਲ ਈਸਟ ਦੇ ਜਿਹੜੇ ਅਰਬ ਕੰਟਰੀਜ਼ ਹੈ, ਉਹ ਸਾਰੇ ਸਾਡੇ ਕੋਲੇ ਐਂਜੀਓਪਲਾਸਟੀ, ਬਾਈਪਾਸ ਸਰਜਰੀ ਆਉਣ ਲੱਗੇ ਸੀ, ਕਿਉਂਕਿ ਜਦੋਂ ਉਹ ਜਾਂਦੇ ਸੀ ਯੂਰਪ ਵੈਸਟ ਮਹਿੰਗਾ ਪੈਂਦਾ ਸੀ, ਸਸਤਾ ਪੈਂਦਾ ਸੀ। ਔਰ ਉਹਨਾਂ ਨੂੰ ਮੈਂ ਕਿਹਾ ਕਿ ਦੇਖੋ ਤੁਹਾਡਾ ਇਹ ਰੈਪੂਟੇਸ਼ਨ ਸੀਗਾ, ਹੁਣ ਇਹ ਅਖਬਾਰ ਇਹ ਕਹਿ ਰਿਹਾ ਹੈਗਾ ਕਿ ਹੁਣ 3 ਲਾਸ਼ਾਂ ਅੱਜ ਸਵੇਰੇ ਆਪਣੇ ਫੁੱਟਪਾਥਾਂ ਤੇ ਮਿਲੀਆਂ, ਇੱਕ ਆਟੋ ਰਿਕਸ਼ਾ 'ਚ ਮਿਲੀ, 2 ਫੁੱਟਪਾਥਾਂ ਤੇ ਮਿਲੀਆਂ ਜਿੱਦਾਂ ਮੈਂ ਜੁਆਇਨ ਕੀਤਾ ਸੀਗਾ।
ਔਰ ਮੈਂ ਉਹਨਾਂ ਨੂੰ ਕਿਹਾ ਕਿ ਇਹ ਨਿਊਯਾਰਕ ਟਾਈਮ ਕਹਿ ਰਿਹਾ ਕਿ ਹੁਣ ਹਜ਼ਾਰਾਂ ਲਾਸ਼ਾਂ ਵਿਛ ਜਾਣਗੀਆਂ ਸੜਕਾਂ ਤੇ ਬੰਬਈ 'ਚ ਆਉਣ ਵਾਲੇ 1 ਮਹੀਨੇ ਦੇ ਅੰਦਰ ਅੰਦਰ। ਔਰ ਧਾਰਾਵੀ ਵਰਗੇ ਸ਼ਹਿਰ ਸਲਮ 'ਚ ਜਿੱਥੇ 8 ਲੱਖ ਬੰਦੇ ਰਹਿੰਦੇ ਆ 2.3 ਸਕੁਅਰ ਕਿਲੋਮੀਟਰ 'ਚ, ਮੋਸਟ ਡੈਂਸ ਪਾਕਟ ਇਨ ਦਾ ਵਰਲਡ, ਉੱਥੇ ਤਾਂ ਮਤਲਬ ਕਿ ਮੋਢੇ ਨਾਲ ਮੋਢਾ ਲੱਗਦਾ ਹੈਗਾ, ਉੱਥੇ ਕੋਈ ਸੋਸ਼ਲ ਡਿਸਟੈਂਸ ਹੈ ਹੀ ਨਹੀਂ। ਉੱਥੇ ਜੇ ਲਹਿਰ ਆ ਗਈ ਤਾਂ ਸਾਫ਼ ਹੋ ਜਾਊਗਾ ਕੰਮ। ਔਰ 1 ਕਰੋੜ ਬੰਦਾ ਸਾਡਾ ਸਲਮ 'ਚ ਰਹਿੰਦਾ ਹੈਗਾ। ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਮੌਕਾ ਹੈਗਾ ਕਿ ਵੀ ਸ਼ੁੱਡ ਰਾਈਜ਼ ਟੂ ਦ ਓਕੇਜਨ, ਤੁਸੀਂ ਥੋੜਾ ਆਪਣਾ ਰੈਪੂਟੇਸ਼ਨ ਬਚਾਓ, ਨਹੀਂ ਤਾਂ ਤੁਸੀਂ ਜੇ ਇੱਕ ਆਪਣੇ ਇੱਥੇ ਲਾਸ਼ਾਂ ਵਿਚ ਗਈਆਂ ਤਾਂ ਅਗਲੇ 20 ਸਾਲ ਤੱਕ ਤੁਹਾਡਾ ਰੈਪੂਟੇਸ਼ਨ ਵਾਪਸ ਨਹੀਂ ਆਏਗਾ, ਤੁਹਾਡਾ ਸੁਪਨਾ ਜਿਹੜਾ ਚਕਨਾਚੂਰ ਹੋ ਜਾਊਗਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲੌਂਗ ਟਰਮ 'ਚ ਹਜ਼ਾਰਾਂ ਕਰੋੜ ਕਮਾ ਸਕਦੇ ਹੋ, ਪਰੰਤੂ ਸ਼ਾਰਟ ਟਰਮ ਤੁਹਾਨੂੰ ਕਈ ਸੈਂਕੜਾ ਕਰੋੜ ਦੀ ਕੁਰਬਾਨੀ ਦੇਣੀ ਪਊਗੀ। ਤੁਹਾਡੇ ਕੋਲ ਰਿਜ਼ਰਵਸ ਹੈਗੇ ਤੇ ਤੁਸੀਂ ਮੇਰੀ ਗੱਲ ਮੰਨੋ ਕਿ ਦੱਸੋ ਕੀ ਕਰਨਾ ਹੈ। ਮੈਂ ਉਹਨਾਂ ਨੂੰ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਹਾਡੇ ਕੋਲ ਇਸ ਟਾਈਮ 6000 ਕੋਵਿਡ ਬੈੱਡ ਹੈਗੇ, 412 ICU ਸੀਗਾ। ਮੈਂ ਕਿਹਾ 100% ICU ਔਰ 6000 ਇਹ ਸਾਰੇ ਬੈੱਡ ਇਹ ਮੇਰੇ ਹਵਾਲੇ ਕਰ ਦਿਓ, ਤੁਸੀਂ ਇਹ ਅਲਾਟ ਨਹੀਂ ਕਰਨੇ, ਇਹ ਮੈਂ ਅਲਾਟ ਕਰੂੰਗਾ ਔਰ ਮੈਂ ਸਰਕਾਰੀ ਰੇਟ ਤੇ ਅਲਾਟ ਕਰੂੰਗਾ 4000 ਰੁਪਏ ਡੇਲੀ ਬੈੱਡ ਦਾ ਰੇਟ। ਉਹਦੇ ਨਾਲ ਤੁਹਾਨੂੰ ਘਾਟਾ ਪਏਗਾ, ਪਰ ਆਪਾਂ ਆਪਣਾ ਰੈਪੂਟੇਸ਼ਨ ਬਚਾ ਕੇ ਅਲਟੀਮੇਟਲੀ ਤੁਹਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਇਹਦਾ। ਉਹਨਾਂ ਨੇ ਉਸੇ ਮੀਟਿੰਗ 'ਚ ਹੀ ਰੈਜ਼ੋਲੂਸ਼ਨ ਮਤਾ ਪਾਸ ਕੀਤਾ ਕਿ ਅਸੀਂ ਇਹ ਬਾਅਦ 'ਚ ਉਹਨਾਂ ਨੇ 9000 ਬੈੱਡ ਕਰਤੇ 6000 ਦੇ। ਉਹ ਕਹਿੰਦੇ ਇਹ ਸਾਰੇ ਬੈੱਡ ਅਸੀਂ ਤੁਹਾਨੂੰ ਸਰੈਂਡਰ ਕਰ ਦਿੰਦੇ ਹਾਂ, ਪਰ ਮੈਂ ਆਰਡਰ ਪਾਸ ਕਰਤਾ ਕਿ ਤੁਸੀਂ ਇੱਕ ਵੀ ਬੈੱਡ ਡਾਇਰੈਕਟਲੀ ਅਲਾਟ ਨਹੀਂ ਕਰੋਗੇ। ਤੁਹਾਨੂੰ ਕੋਈ ਮੀਡੀਆ ਦਾ, ਕੋਈ ਮਾਨਯੋਗ ਮੰਤਰੀ ਦਾ ਕਿਸੇ ਦਾ ਫੋਨ ਆਉਂਦਾ, ਤੁਸੀਂ ਕੋਈ ਬੈੱਡ ਹੈ ਨਹੀਂ, BMC ਕੋਲੇ ਜਾਓ। ਉਸ ਤੋਂ ਬਾਅਦ ਅੱਜ ਸਵੇਰ ਤੱਕ ਇਹ ਸਿਸਟਮ ਚੱਲ ਰਿਹਾ ਹੈ, ਜਿੱਥੇ ਅੱਜ ਬ੍ਰੀਚ ਕੈਂਡੀ ਜਿੱਥੇ 4-4 ਲੱਖ ਰੁਪਏ ਦਾ ਬੈੱਡ ਸੀਗਾ, ਉਹ 4000 ਦਾ ਬੈੱਡ ਮਿਲ ਰਿਹਾ ਹੈਗਾ। ਔਰ ਉਹ ਬ੍ਰੀਚ ਕੈਂਡੀ ਅਲਾਟ ਨਹੀਂ ਕਰ ਸਕਦੀ, ਉਹ ਅਸੀਂ ਅਲਾਟ ਕਰਦੇ ਹਾਂ। ਉਹਦੇ ਨਾਲ ਕੀ ਹੋਇਆ ਕਿ ਇਹ ਸਰਕਾਰੀ ਰੇਟਾਂ ਤੇ ਇਹ ਬੈੱਡ ਅਲਾਟ ਹੋਣ ਲੱਗ ਗਏ ਸਾਰੇ ਪ੍ਰਾਈਵੇਟ। ਅੱਜ 142 ਹਸਪੀਟਲ ਬੰਬਈ ਦੇ, ਮੇਰੇ ਕੋਲ 182 ਹਸਪੀਟਲ ਦਾ ਡੈਸ਼ਬੋਰਡ ਹੈ 23000 ਬੈੱਡਾਂ ਦਾ, ਜੀ 3000 ICU ਹੈਗੇ। ਇਹ ਸਾਰੇ ਅਸੀਂ ਅਲਾਟ ਕਰਦੇ ਹੈਗੇ ਸਰਕਾਰੀ ਰੇਟ ਤੇ। ਸਾਡੇ BMC ਦਾ ਫ੍ਰੀ ਹੈ, ਪਰ ਜਿਹੜੇ ਬਾਕੀ ਹੈਗਾ 4000 ਬੈੱਡ ਹੈਗਾ, ਉਹਦੇ ਨਾਲ ਇਹ ਹਸਪੀਟਲ ਇਸ ਟਾਈਮ ਲਗਭਗ 1000 ਕਰੋੜ ਦਾ ਘਾਟਾ ਖਾ ਚੁੱਕੇ ਹੈ। ਬਟ ਹਜੇ ਵੀ ਉਹ ਹੱਸ ਕੇ ਸੇਵਾ ਕਰ ਰਹੇ ਹੈ ਕਿ ਅੱਜ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਬਣ ਗਿਆ ਦੁਨੀਆ 'ਚ, ਉਹ 1000 ਕਰੋੜ ਇਹ ਸਾਲ ਵਾਪਸ ਆ ਜਾਊਗਾ ਉਹਨਾਂ ਦਾ। ਹਾਂ, ਉਹ 1000 ਕਰੋੜ ਰੁਪਈਆ ਖਰਚ ਕੇ ਵੀ ਉਹ ਰੈਪੂਟੇਸ਼ਨ ਨਹੀਂ ਬਣਾ ਸਕਦੇ ਸੀ ਜੋ 1000 ਕਰੋੜ ਰੁਪਈਆ ਗਵਾ ਕੇ ਰੈਪੂਟੇਸ਼ਨ ਬਣਾ ਲਈ। ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਚਾਲ ਸਾਹਿਬ। ਇੱਕ ਗੱਲ ਹੋਰ, ਇੱਥੇ ਤਾਂ 500 ਬੈੱਡ ਹੋਣ ਤਾਂ ਉਹਦਾ ਸਿਸਟਮ ਸੰਭਾਲਣਾ ਬੜਾ ਔਖਾ ਹੋ ਜਾਂਦਾ ਹੈ। ਤੁਸੀਂ ਕਹਿ ਰਹੇ ਹੋ ਕਿ ਪ੍ਰਾਈਵੇਟ ਹਸਪੀਟਲਸ ਦਾ 9000 ਦਾ ਬੈੱਡ, ਜੰਬੋ ਹਸਪੀਟਲਸ ਦਾ, ਇੰਨਾ ਤਾਮਝਾਮ ਤੁਸੀਂ ਸੰਭਾਲਿਆ ਕਿਵੇਂ? ਮਤਲਬ ਕਿਵੇਂ ਪਤਾ ਲੱਗਦਾ ਸੀ ਇਹ ਬੈੱਡ ਫੁੱਲਫਿਲ ਹੋ ਗਿਆ, ਇਹਦੀ ਰਿਪੋਰਟ ਨੈਗੇਟਿਵ ਆ ਰਹੀ ਹੈ, ਇਹਨੂੰ ਅਸੀਂ ਚੈੱਕ ਆਊਟ ਕਰਨਾ ਹੈ, ਇਹਨੂੰ ਅਸੀਂ ਰੱਖਣਾ ਹੈ, ਉਹ ਸਾਰਾ ਸਿਸਟਮ ਕਿਵੇਂ ਤੁਸੀਂ ਕਨੈਕਟ ਕੀਤਾ? ਸਾਡਾ ਹਰਪ੍ਰੀਤ ਸਾਡਾ ਜਿਹੜਾ ਕੋਵਿਡ ਦਾ ਜਿਹੜਾ ਮਾਡਲ ਹੈਗਾ ਨਾ, ਯੂਨੀਕ ਹੈ ਵਰਲਡ 'ਚ। ਅਸੀਂ ਇੱਕ ਵਿਕੇਂਦਰੀਕਰਨ ਕਰਤਾ, ਡੀਸੈਂਟਰਲਾਈਜ਼ਡ ਕੀਤੀ ਹੈ। ਸਾਡੇ ਕੋਲੇ ਬੰਬਈ 'ਚ 24 ਵਾਰਡ ਸੀਗੇ। ਮੈਂ ਇੰਨਾ ਇੱਕ ਜ਼ਬਰਦਸਤ ਡਿਸੀਜਨ ਲਿਆ, ਜੁਆਇਨ ਹੋਣ ਤੋਂ 15 ਦਿਨਾਂ ਬਾਅਦ 8 ਮਈ ਨੂੰ ਜੁਆਇਨ ਕੀਤਾ। 25 ਮਈ ਦੀ ਗੱਲ ਹੈ, ਮੈਂ ਇੱਕ ਸਡਨਲੀ ਮੀਟਿੰਗ ਅਨਾਉਂਸ ਕੀਤਾ ਕਿ ਆਪਣਾ ਜਿਹੜਾ ਕੰਟਰੋਲ ਰੂਮ ਬਰਖਾਸਤ ਕਰ ਦਿਓ। ਮੇਰੇ ਅਫਸਰ ਕਹਿੰਦੇ ਸਰ ਤੁਸੀਂ ਕੀ ਗੱਲ ਕਰਦੇ ਹੋ, ਪੈਂਡੇਮਿਕ ਪੀਕ ਤੇ ਹੈਗਾ, ਲੋਕੀ ਸੈਂਕੜੋ ਲੋਕ ਮਰ ਰਹੇ ਆ, ਤੁਸੀਂ ਕੰਟਰੋਲ ਰੂਮ ਵੀ ਬਰਖਾਸਤ ਕਰ ਦਿਓ। ਮੈਂ ਕਿਹਾ ਮੈਨੂੰ ਪੂਰੀ ਗੱਲ ਸੁਣੋ ਮੇਰੀ। ਆਪਣੇ ਕੋਲੇ 24 ਵਾਰਡ ਹੈਗੇ ਔਰ 24 ਵਾਰਡ ਜੋਗ੍ਰਾਫਿਕਲੀ ਵੈਲ ਸਕੈਟਰਡ ਹੈਗੇ ਪੂਰੇ ਬੰਬਈ ਸ਼ਹਿਰ 406 ਸਕੁਅਰ ਕਿਲੋਮੀਟਰ 'ਚ। ਆਪਾਂ ਇਹਨਾਂ ਤੇ ਹਰੇਕ ਵਾਰਡ 'ਚ ਇੱਕ ਵਾਰ ਰੂਮ ਬਣਾਈਏ ਜਿੱਥੇ ਕਿ 10 ਡੈਸ਼ਬੋਰਡ, 10 ਐਂਬੂਲੈਂਸਾਂ, 10 ਮੈਡੀਕਲ ਟੀਮ, 10 ਡਾਕਟਰ, 10 ਟੈਲੀਫੋਨ ਆਪਰੇਟਰ ਇਹ ਕੰਮ ਕਰਨਗੇ 8-8 ਘੰਟੇ ਦੀ ਸ਼ਿਫਟ 'ਚ। ਅਸੀਂ ਇਹ 25 ਮਈ ਨੂੰ ਸੋਚਿਆ, 8 ਜੂਨ ਨੂੰ ਇਹ ਕੰਮ ਚਾਲੂ ਹੋ ਗਿਆ ਸੀਗਾ। ਮਤਲਬ ਕਿ 24 ਵਾਰ ਰੂਮਾਂ, 240 ਡੈਸ਼ਬੋਰਡ, ਉੱਥੇ 3 ਸ਼ਿਫਟਾਂ 720 ਡਾਕਟਰ ਚਾਹੀਦੇ ਸੀਗੇ। ਮੈਂ 1000 ਬੱਚੇ ਲਿਆਂਦੇ ਜਿਹੜੇ ਇੰਟਰਨਸ਼ਿਪ ਕਰ ਰਹੇ ਸੀਗੇ MBBS ਦੀ। ਮੈਂ ਕਿਹਾ ਇਹਨਾਂ ਨੇ ਬੈੱਡ ਹੀ ਅਲਾਟ ਕਰਨੇ, ਹੋਰ ਇਲਾਜ ਤਾਂ ਕਰਨਾ ਨਹੀਂ। ਉਹ ਬੱਚਿਆਂ ਨੂੰ ਮੈਂ 50 ਉਹਨਾਂ ਸਟਾਈਪੈਂਡ 11000 ਦੀ 50000 ਕਰਤਾ। ਉਹਨਾਂ ਨੂੰ ਮੈਂ ਕਿਹਾ ਜਿੱਥੇ ਤੁਹਾਡੀ ਡਿਊਟੀ ਲੱਗੂਗੀ ਵਾਰਡ 'ਚ, ਉਹਦੇ ਵਾਕਿੰਗ ਡਿਸਟੈਂਸ ਤੇ ਜਿਹੜਾ 5 ਸਟਾਰ ਹੋਟਲ ਹੋਊਗਾ, ਤੁਹਾਨੂੰ ਰਹਿਣਾ ਸਹਿਣਾ ਅਸੀਂ ਫ੍ਰੀ ਦੇਵਾਂਗੇ। ਅੱਜ ਉਹ ਬੱਚੇ ਸਾਲ ਸਾਡੇ ਨਾਲ ਕੰਮ ਕਰ ਰਹੇ ਹੈ ਔਰ 50000 ਉਹਨਾਂ ਦੀ ਪਾਕਟ ਮਨੀ ਬਣ ਚੁੱਕੀ ਹੈ। JW ਮੈਰੀਅਟ, ਤਾਜ ਮਹਿਲ ਹੋਟਲਾਂ 'ਚ ਬੱਚੇ ਰਹਿ ਰਹੇ ਹੈ। ਤੁਸੀਂ ਪੂਰੀ ਮੁੰਬਈ ਨੂੰ 24 ਹਿੱਸਿਆਂ 'ਚ ਵੰਡ ਦਿੱਤਾ, 24 ਛੋਟੀਆਂ ਮੁੰਬਈ ਬਣਤਾ। ਹਾਂ, ਪਰ ਹਰ ਹਿੱਸੇ ਨੂੰ ਅਸੀਂ ਸੈਪਰੇਟ ਮੁੰਬਈ ਬਣਾਤਾ। ਇੱਕ ਜਿਹੜਾ ਡੈਸ਼ਬੋਰਡ ਆ ਉਹ ਸੈਂਟਰਲਾਈਜ਼ ਸੀ 23000 ਬੈੱਡਾਂ ਦਾ, ਪਰ ਉਹਨਾਂ ਦੀ ਆਪਣੀ ਐਂਬੂਲੈਂਸਾਂ, ਆਪਣੀ ਮੈਡੀਕਲ ਟੀਮਾਂ, ਆਪਣੇ ਡਾਕਟਰ, ਆਪਣੇ ਉਹਨਾਂ ਕੋਲ ਟੀਚਰ ਸੀਗੇ ਜਿਹੜੇ ਸਲਮ ਨਾਲ ਸਰਵੇਲੈਂਸ ਕਰਦੇ ਸੀਗੇ, ਔਰ ਸਾਰਾ ਸਟਾਫ ਕਰਤਾ। ਉਸ ਤੋਂ ਬਾਅਦ ਜਿਵੇਂ ਕੁਝ ਸਾਡੇ ਕੋਲ 1000 ਕੇਸ ਆਵੇ ਰੋਜ਼, ਚਾਹੇ 10000 ਕੇਸ ਆਵੇ, ਜੇ 1000 ਕੇਸ ਆਉਂਦਾ ਸੀਗਾ, ਅਸੀਂ ਦੂਸਰਾ ਕੀ ਕੀਤਾ ਕਿ ਦੁਨੀਆ 'ਚ ਦੂਸਰਾ ਸ਼ਹਿਰ ਹੈ ਨਹੀਂ ਬੰਬਈ ਤੋਂ ਇਲਾਵਾ ਜਿੱਥੇ ਟੈਸਟ ਰਿਪੋਰਟ ਕੋਵਿਡ ਪੋਜ਼ਿਟਿਵ ਲੈਬ ਤੋਂ ਪੇਸ਼ੈਂਟ ਨੂੰ ਡਾਇਰੈਕਟ ਨਹੀਂ ਜਾਂਦੀ। ਅਸੀਂ ਇਹ ਬੈਨ ਲਾਤਾ, ਆਰਡਰ ਸਾਡਾ ਸੁਪਰੀਮ ਕੋਰਟ ਦੇ ਕੇਸ ਗਿਆ, ਪਰ ਅਸੀਂ ਉੱਥੇ ਵੀ ਅਸੀਂ ਕਨਵਿੰਸ ਕਰਤਾ ਆਨਰੇਬਲ ਸੁਪਰੀਮ ਕੋਰਟ ਨੂੰ ਪਿਛਲੇ ਸਾਲ 19 ਜੂਨ ਨੂੰ ਕਿ ਅਸੀਂ
24 ਘੰਟਿਆਂ ਦੀ ਗਾਰੰਟੀ ਦਿੰਦੇ ਹੈਗੇ ਕਿ ਅਸੀਂ ਪੇਸ਼ੈਂਟ ਨੂੰ ਰਿਪੋਰਟ ਛੱਡੋ, ਉਹਨੂੰ ਬੈੱਡ ਦੇਵਾਂਗੇ ਅਸੀਂ। ਵਾਹ। ਫਿਰ ਪੇਸ਼ੈਂਟ ਨੂੰ ਡਾਇਰੈਕਟ ਰਿਪੋਰਟ ਕਿਉਂ ਚਾਹੀਦੀ ਹੈ? ਸੋ ਅਸੀਂ ਬੈਨ ਲਾਤਾ ਕਿ ਕੋਈ SMS ਦੁਆਰੇ ਜਾਂ ਕੋਈ ਈਮੇਲ ਦੁਆਰੇ ਕੋਈ ਟੈਸਟ ਲੈਬੋਰੇਟਰੀ ਕੋਵਿਡ ਪੋਜ਼ਿਟਿਵ ਰਿਪੋਰਟ ਪੇਸ਼ੈਂਟ ਨੂੰ ਸ਼ੇਅਰ ਨਹੀਂ ਕਰੂਗੀ ਡਾਇਰੈਕਟਲੀ। ਸਾਰੀਆਂ ਰਿਪੋਰਟਾਂ ਰਾਤ ਨੂੰ 12 ਵਜੇ ਸਾਡੇ ਕੋਲੇ ਆਉਂਦੀਆਂ, ਚਾਹੇ 10,000 ਹੋਣ, ਚਾਹੇ 5,000 ਹੋਣ, ਚਾਹੇ 1,000 ਹੋਣ। ਉਸ ਤੋਂ ਬਾਅਦ ਸਵੇਰੇ 7 ਵਜੇ ਸਾਡੇ ਕੋਲੇ ਆਨਲਾਈਨ ਸਿਸਟਮ ਹੈਗਾ IIT ਮੁੰਬਈ ਦਾ, ਉਹ ਉਹਨੂੰ ਪਾੜ ਦਿੰਦਾ ਹੈਗਾ 24 ਹਿੱਸਿਆਂ 'ਚ ਉਹਨਾਂ ਦੇ ਐਡਰੈਸ ਦੇ ਬੇਸਿਸ ਤੇ, ਔਰ ਸਵੇਰੇ 7 ਵਜੇ ਉਹ 240 ਡੈਸ਼ਬੋਰਡਾਂ ਤੇ ਰਿਫਲੈਕਟ ਕਰਦੀਆਂ। ਔਰ ਕਿੱਥੇ 10,000 ਦੀ ਲਿਸਟ ਆਈ, ਜੇ 1000 ਦੀ ਲਿਸਟ ਆਈ ਤਾਂ 24 ਵਾਰਡਾਂ 'ਚ 40 ਹਰੇਕ ਵਾਰਡ 'ਚ 4 ਇੱਕ ਡੈਸ਼ਬੋਰਡ ਤੇ ਆਏ। ਜੇ 10,000 ਦੀ ਲਿਸਟ ਆਈ ਤਾਂ 400 ਗਏ ਹਰੇਕ ਵਾਰਡ 40 ਡੈਸ਼ਬੋਰਡ ਤੇ ਆਏ। ਉਹ 40 ਡੈਸ਼ਬੋਰਡ ਤੇ ਜਿਹੜੇ ਆਏ ਉਹ 32 ਹੁੰਦੇ ਆ ਅਸਿਮਟੋਮੈਟਿਕ, ਜਿਹੜੇ ਹੋਮ ਕੁਆਰੰਟਾਈਨ ਵਾਲੇ, ਉਹਨਾਂ ਨੂੰ ਫੋਨ ਕਰਕੇ ਘਰੇ ਕੁਆਰੰਟਾਈਨ ਕਰ ਦਿੰਦੇ ਆ ਔਰ ਕਹਿ ਦਿੰਦੇ ਆ ਕਿ ਜੇ ਤੁਹਾਨੂੰ ਸਿੰਪਟਮ ਆ ਗਏ ਕੱਲ ਪਰਸੋਂ ਕਦੇ ਤਾਂ ਸਾਨੂੰ ਫੋਨ ਕਰਿਓ, ਅਸੀਂ ਫੋਨ ਕਰਾਂਗੇ ਤੁਹਾਨੂੰ ਡੇਲੀ 5 ਵਾਰੀ ਜਦ ਤੱਕ ਤੁਸੀਂ ਨੈਗੇਟਿਵ ਨਹੀਂ ਹੁੰਦੇ। ਜਿਹੜੇ ਸਿੰਪਟਮ ਆ ਗਏ ਤੁਹਾਨੂੰ ਘਰੇ ਆ ਕੇ ਅਸੀਂ ਲੈ ਜਾਵਾਂਗੇ ਹਸਪੀਟਲ। ਔਰ ਜਿਹੜੇ ਸਿੰਪਟੋਮੈਟਿਕ ਹੁੰਦੇ ਉੱਥੇ ਐਂਬੂਲੈਂਸ ਸ਼ੁਰੂ ਕਰ ਦੇਣ ਚੱਲਣੀਆਂ, 240 ਐਂਬੂਲੈਂਸਾਂ ਅਸੀਂ ਘਰੇ ਜਾ ਕੇ ਉਹਦਾ ਟੈਸਟ ਕਰਦੇ ਹਾਂ। ਅੱਛਾ, ਦੂਸਰਾ ਉੱਥੇ ਕੋਈ ਬਹੁਤ ਵੱਡਾ ਆਦਮੀ ਹੈ, ਚਾਹੇ ਸਭ ਤੋਂ ਅਮੀਰ ਬੰਦਾ ਬੰਬਈ ਦਾ, ਚਾਹੇ ਕੋਈ ਉੱਥੇ ਆਨਰੇਬਲ ਮਿਨਿਸਟਰ ਹੈ, ਚਾਹੇ ਕੋਈ ਸਲਮ ਵਾਲਾ ਹੈਗਾ, ਸਭ ਵਾਸਤੇ ਬਰਾਬਰ ਨਿਆਂ। ਉੱਥੇ ਸਾਡੀ ਟੀਮ ਜਾਂਦੀ ਹੈਗੀ PP ਕਿੱਟਾਂ 'ਚ ਐਂਬੂਲੈਂਸ ਲੈ ਕੇ, ਉਹ ਚੈੱਕ ਕਰਦੀ ਹੈ ਤੁਹਾਡਾ ਬੋਡੀ ਟੈਂਪਰੇਚਰ ਕੀ ਹੈ, ਤੁਹਾਡਾ ਆਕਸੀਜਨ ਲੈਵਲ ਕੀ ਹੈ, ਤੁਹਾਡੇ ਸਿੰਪਟਮ ਕੀ ਹੈ। ਅਸੀਂ ਡਿਸਾਈਡ ਕਰਦੇ ਹਾਂ ਕਿ ਤੁਹਾਨੂੰ ਆਕਸੀਜਨ ਬੈੱਡ ਦੇਣਾ ਹੈ ਕਿ ICU ਬੈੱਡ ਦੇਣਾ ਹੈ ਕਿ ਵੈਂਟੀਲੇਟਰ ਬੈੱਡ ਦੇਣਾ ਹੈਗਾ, ਉਹ ਬੰਦਾ ਨਹੀਂ ਡਿਮਾਂਡ ਕਰ ਸਕਦਾ। ਉਸ ਤੋਂ ਬਾਅਦ ਉੱਥੇ ਘਰੋਂ ਟੀਮ ਫੋਨ ਕਰਦੀ ਹੈ ਵਾਰਡ ਰੂਮ ਦੇ ਬੱਚੇ ਡਾਕਟਰਾਂ ਨੂੰ, ਜਿਨ੍ਹਾਂ ਦੇ ਸਾਹਮਣੇ ਡੈਸ਼ਬੋਰਡ ਲੱਗਿਆ ਹੈ। ਅਸੀਂ ਪੁੱਛਦੇ ਤੁਹਾਨੂੰ ਸਰਕਾਰੀ ਹਸਪੀਟਲ ਚਾਹੀਦਾ ਹੈ, ਪ੍ਰਾਈਵੇਟ ਚਾਹੀਦਾ ਹੈ, ਕਿੱਥੇ ਚਾਹੀਦਾ ਹੈ, ਉਹਦੇ ਚੋਇਸ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰ ਨਹੀਂ ਕਾਮਯਾਬ ਹੁੰਦੇ। ਉਸ ਤੋਂ ਬਾਅਦ ਅਸੀਂ ਵਾਰਡ ਵਾਲਾ ਬੱਚਾ ਹੈ ਉਹਨੂੰ ਬੈੱਡ ਅਲਾਟ ਕਰਦਾ ਆਨਲਾਈਨ, ਔਰ ਅਸੀਂ ਅਨਾਉਂਸ ਕਰਦੇ ਹਾਂ ਘਰੇ ਕਿ ਤੈਨੂੰ ਆਹ ਬੈੱਡ ਅਲਾਟ ਕਰਤਾ ਹੈਗਾ, ਔਰ ਹੁਣ ਅਸੀਂ ਬੈਠੇ ਹਾਂ 15 ਮਿੰਟ, ਤੁਸੀਂ ਨਾਲ ਚੱਲੋ, ਅਸੀਂ ਤੁਹਾਨੂੰ ਬੈੱਡ ਤੇ ਛੱਡ ਕੇ ਆਵਾਂਗੇ। ਸਾਡੀ ਐਂਬੂਲੈਂਸ ਜਦੋਂ ਹਸਪੀਟਲ ਪਹੁੰਚਦੀ ਹੈ, ਚਾਹੇ ਸਰਕਾਰੀ ਹਸਪੀਟਲ 'ਚ ਪ੍ਰਾਈਵੇਟ ਹੈ, ਉੱਥੇ ਮੈਨੇਜਮੈਂਟ ਨੂੰ ਕੋਈ ਰੋਲ ਨਹੀਂ, ਜ਼ੀਰੋ ਰੋਲ ਹੈ। ਸਿੱਧਾ ਜਾ ਕੇ ਬੰਦਾ ਬੈੱਡ ਤੇ ਪੈਂਦਾ ਹੈਗਾ, ਔਰ ਬੈੱਡ ਤੇ ਪਾਉਣ ਤੋਂ ਬਾਅਦ ਅਸੀਂ ਉਹ ਫੋਨ ਕਰਦਾ ਹੈ ਵਾਰਡ ਰੂਮ 'ਚ ਕਿ ਬੰਦਾ ਡਿਸਪੋਜ਼ ਆਫ ਹੋ ਗਿਆ ਹੁਣ। ਸੋ ਇਹਨੂੰ ਕਹਿੰਦੇ ਅਸੀਂ ਚੇਂਜ ਦਾ ਪੇਸ਼ੈਂਟ ਪਾਲਿਸੀ, ਮਤਲਬ ਪੇਸ਼ੈਂਟ ਲੈਬ ਰਿਪੋਰਟ ਤੋਂ ਫੰਡ ਦਿੱਕਰ ਉਹਨੂੰ ਬੈੱਡ ਤੇ ਪਾਉਣ ਤੱਕ ਅਸੀਂ ਕੰਮ ਕਰਦੇ ਹਾਂ। ਉਹਦੇ ਨਾਲ ਕੀ ਹੋ ਜਾਂਦਾ ਹੈ ਕਿ ਜਿਹੜੇ 10,000 ਬੰਦੇ ਪੋਜ਼ਿਟਿਵ ਆਏ, ਸਮਝੋ ਇੱਕ ਦਿਨ 14 ਅਪ੍ਰੈਲ ਨੂੰ 11,000 ਆਏ ਸੀਗੇ, ਉਹਨੂੰ ਅਸੀਂ ਕੈਪਟਿਵ ਬਣਾ ਲੈਂਦੇ ਹਾਂ, ਉਹਨੂੰ ਘਰੋਂ ਜਾ ਕੇ ਫੜ ਲੈਂਦੇ ਹਾਂ, ਉਹਨੂੰ ਅਸੀਂ ਮੌਕਾ ਨਹੀਂ ਦਿੰਦੇ ਕਿ ਉਹ ਇੱਕ ਵੀ ਪੇਸ਼ੈਂਟ ਨੂੰ ਹੋਰ ਇਨਫੈਕਟ ਕਰਦੇ ਘਰੋਂ ਬਾਹਰ ਨਿਕਲ ਕੇ। ਬਾਕੀ ਸ਼ਹਿਰਾਂ 'ਚ ਹੋ ਰਿਹਾ ਹੈਗਾ ਕਿ ਜਦੋਂ ਉਹਨੂੰ ਈਮੇਲ ਆਉਂਦੀ ਹੈ ਜਾਂ SMS ਆਉਂਦਾ ਕਿ ਤੁਸੀਂ ਪੋਜ਼ਿਟਿਵ ਹੋ ਗਏ ਹੋ, ਉਹ ਵਿਚਾਰਾ ਟੈਕਸੀ ਲੈ ਕੇ ਆਪਦੇ ਰਿਸ਼ਤੇਦਾਰਾਂ ਦੀ ਕਾਰ ਲੈ ਕੇ, ਘਰ ਦੀ ਕਾਰ ਲੈ ਕੇ ਤੁਰਿਆ ਫਿਰਦਾ ਹੈ, ਇੱਕ ਹਸਪਤਾਲ ਦੂਸਰਾ ਤੀਸਰਾ, ਸ਼ਾਮ ਤਾਈਂ ਉਹ 50 ਬੰਦਿਆਂ ਨੂੰ ਹੋਰ ਪੋਜ਼ਿਟਿਵ ਕਰ ਦਿੰਦਾ ਹੈ। ਔਰ ਇਕਬਾਲ ਸਿੰਘ ਜੀ, ਬੜੀਆਂ ਥਾਵਾਂ ਤੇ ਅਜਿਹਾ ਹੋਇਆ ਕਿ ਰਿਪੋਰਟ ਹੀ ਨਹੀਂ ਆਈ, 6 ਦਿਨ ਰਿਪੋਰਟ ਹੀ ਨਹੀਂ ਆਉਂਦੀ ਸੀ। ਇੱਥੇ ਸਾਡੇ ਕੋਲ ਤਾਂ ਕੇਸਿਸ ਐਵੇਂ ਦੇ ਆਏ ਆ 7 ਦਿਨ ਰਿਪੋਰਟ ਨਹੀਂ ਆਈ ਤੇ 7 ਦਿਨ ਬਾਅਦ ਰਿਪੋਰਟ ਆਈ, ਬੰਦਾ ਪੋਜ਼ਿਟਿਵ ਹੈ। 7 ਦਿਨ ਉਹ ਬੰਦਾ ਪੋਜ਼ਿਟਿਵ ਘੁੰਮਦਾ ਰਿਹਾ ਬਾਜ਼ਾਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੇ ਆਪਣੇ ਘਰ ਦੇ ਪਰਿਵਾਰਾਂ ਦੇ ਵਿੱਚ। ਉਹ 'ਚ ਨੁਕਸਾਨ ਪ੍ਰਸ਼ਾਸਨ ਦਾ ਹੀ ਹੈ, ਸਰਕਾਰ ਦਾ ਹੀ ਹੈ। ਉਹਨੇ ਜਿਹੜੇ 50 ਬੰਦੇ 100 ਬੰਦਿਆਂ ਨੂੰ ਪੋਜ਼ਿਟਿਵ ਕਰਤਾ, ਅਗਲੇ ਦਿਨ ਆਪਣੇ ਗੱਲ ਪੈਣਗੇ ਆਪਣੇ। ਇਸ ਤੋਂ ਬਜਾਏ ਕਿ ਉਹ ਚੱਲ ਸਾਹਿਬ ਲੋਕਾਂ ਨੂੰ ਕਨਵਿੰਸ ਕਰਨਾ ਕਿੰਨਾ ਔਖਾ ਹੈ। ਇੱਥੇ ਤਾਂ ਅਸੀਂ ਲਗਾਤਾਰ ਦੇਖਿਆ ਸੀਗਾ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਾਂ ਸ਼ਹਿਰਾਂ ਦੇ ਵਿੱਚ ਵੀ ਲੋਕ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਸਾਨੂੰ ਕੋਵਿਡ ਹੈ। ਲੋਕ ਕਹਿੰਦੇ ਸੀ ਨਹੀਂ ਮੈਨੂੰ ਹਲਕਾ ਜਿਹਾ ਬੁਖਾਰ ਹੀ ਹੈ, ਮੈਨੂੰ ਹਲਕੀ ਜੀ ਖਾਂਸੀ ਹੈ। ਖਾਸ ਤੌਰ ਤੇ ਸਲਮ ਏਰੀਆਸ ਤੇ ਤੁਹਾਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਣਾ। ਲੋਕਾਂ ਨੂੰ ਇਹ ਸਮਝਾਉਣਾ ਕਿ ਤੁਹਾਨੂੰ ਕੋਵਿਡ ਹੈ, ਲੋਕਾਂ ਨੂੰ ਇਹ ਸਮਝਾਉਣਾ ਕਿ ਤੁਹਾਨੂੰ ਹਸਪਤਾਲ ਦੀ ਜ਼ਰੂਰਤ ਹੈ, ਲੋਕਾਂ ਨੂੰ ਇਹ ਸਮਝਾਉਣਾ ਕਿ ਤੁਹਾਨੂੰ ਵੈਕਸੀਨ ਲਗਵਾਉਣੀ ਪਏਗੀ। ਇਹ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵੇਵ 'ਚ ਕੀ ਹੋਇਆ ਕਿ ਇਹ ਬੰਬਈ ਹੌਟਸਪੌਟ ਕਿਉਂ ਬਣਿਆ? ਕਿਉਂਕਿ 1 ਜਨਵਰੀ 2020 ਤੋਂ ਲੈ ਕੇ 22 ਮਾਰਚ 2020 ਜਦੋਂ ਲਾਸਟ ਫਲਾਈਟ ਆਈ ਇੰਡੀਆ 'ਚ, 에ਅਰਪੋਰਟ ਫਲਾਈਟਾਂ ਬੰਦ ਕਰਤੀਆਂ। 24 ਮਾਰਚ ਨੂੰ ਪ੍ਰਦੇਸ਼ ਲੱਗ ਗਿਆ ਸੀ, ਆਪਣਾ ਲਾਕਡਾਊਨ ਲੱਗ ਗਿਆ ਸੀਗਾ। 22 ਮਾਰਚ ਨੂੰ ਜਨਤਾ ਕਰਫਿਊ ਲੱਗਿਆ ਸੀਗਾ। ਸੋ ਉਦੋਂ ਸਾਡੇ ਕੋਲੇ 2,70,000 ਬੰਦੇ ਉਤਰੇ ਬੰਬਈ 에ਅਰਪੋਰਟ ਤੇ। ਜਦ ਮੁੰਬਈ 에ਅਰਪੋਰਟ ਹੈ 900 ਫਲਾਈਟਾਂ ਰੋਜ਼ ਆਉਂਦੀਆਂ ਹੈਗੀਆਂ, ਵਰਲਡ ਦਾ ਸੈਕੰਡ ਬਿਜ਼ੀਐਸਟ 에ਅਰਪੋਰਟ ਸੀ ਦੁਬਈ ਤੋਂ ਬਾਅਦ ਇਹ। ਔਰ 1 ਫਰਵਰੀ ਤੋਂ ਲੈ ਕੇ 22 ਮਾਰਚ 1,70,000 ਬੰਦੇ ਆਏ। ਇਹਨਾਂ ਚੋਂ ਹਜ਼ਾਰੇ ਬੰਦੇ ਕੋਵਿਡ ਵਾਇਰਸ ਲੈ ਕੇ ਆਏ ਇਟਲੀ, ਫਰਾਂਸ, ਯੂਰਪ, ਮਿਡਲ ਈਸਟ ਤੋਂ। ਉਹ ਇਸ ਕਰਕੇ ਅੱਗੋਂ ਫੈਲ ਗਿਆ ਤੇ ਸਲਮ 'ਚ। ਇੱਥੇ ਮਤਲਬ ਕਿ ਇੱਕ ਦਿਨ ਕੀ ਹੋਇਆ ਕਿ ਇੱਕ ਐਕਸਪੈਟਰੀਏਟ ਲੇਡੀ ਸੀਗੀ ਕਿ ਮੈਸੇਜ ਕੰਮ ਕਰਦੀ, ਸਾਡੇ ਕੋਲ ਸੈਂਕੜੋਂ ਇੱਥੇ ਕੌਂਸੂਲੇਟ ਜਨਰਲ ਹੈਗੀਆਂ ਸਾਰੀਆਂ, ਤੇ ਇੱਕ ਦਿਨ ਉਹ ਘਰੇ ਮਰੀ ਪਾਈ ਗਈ। 3 ਦਿਨਾਂ ਬਾਅਦ ਉਹ ਡਰਾਈਵਰ ਤੋਂ ਉਹਦੀ ਮੇਡ ਸਲਮ ਏਰੀਆ 'ਚ ਮਰੀ ਪਾਏ ਗਏ। ਸਾਨੂੰ ਸਮਝ ਆ ਗਿਆ ਕਿ ਇਹ ਹੁਣ ਇਹ ਅੱਗ ਲੱਗ ਗਈ ਹੈ। ਸੋ ਉਦੋਂ ਜਦੋਂ ਇੰਨਾ ਜ਼ਬਰਦਸਤ ਅਟੈਕ ਪਿਆ, ਲੋਕਾਂ ਨੂੰ ਸਾਹ ਆਉਣਾ ਬੰਦ ਹੋ ਗਿਆ। ਸਾਨੂੰ ਜ਼ਿਆਦਾ ਦੱਸਣਾ ਨਹੀਂ ਪਿਆ ਲੋਕਾਂ ਨੂੰ, ਲੋਕੀ ਆਪ ਹੀ ਬੜੇ ਚੁਕੰਨੇ ਹੋ ਗਏ ਕਿ ਇਹ ਬੜਾ ਖਤਰਨਾਕ ਕੰਮ ਹੈ। ਸੋ ਸਾਨੂੰ ਲੱਕੀਲੀ ਜਿੰਨਾ ਜ਼ਿਆਦਾ ਹੌਟਸਪੌਟ ਬਣਿਆ, ਜਿੰਨਾ ਜ਼ਿਆਦਾ ਇੱਥੇ ਅੱਗ ਫੈਲੀ, ਉਨੀ ਛੇਤੀ ਲੋਕੀ ਸਾਡੀ ਗੱਲਾਂ ਮੰਨਣ ਲੱਗ ਗਏ ਕਿ ਵੀ ਇਲਾਜ ਕਰਾਉਣਾ ਜ਼ਰੂਰੀ ਹੈ।
ਚਲ ਸਾਹਿਬ ਇੱਕ ਗੱਲ ਹੋਰ, ਖਾਸ ਤੌਰ ਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਬੜੀਆਂ ਸਾਰੀਆਂ ਸਿਫਾਰਸ਼ਾਂ ਵੀ ਤੁਹਾਨੂੰ ਇਹ ਹੋਣੀਆਂ ਮੁੰਬਈ ਵਰਗੇ ਸ਼ਹਿਰ ਦੇ ਵਿੱਚ, ਜਿੱਥੇ ਬਾਲੀਵੁੱਡ ਦੇ ਨਾਲ ਵੀ ਜੁੜੇ ਹੋਏ ਲੋਕ ਨੇ, ਮੰਤਰੀ ਵੀ ਨੇ, ਇੰਡਸਟਰੀਅਲਿਸਟ ਵੀ ਨੇ, ਹਰੇਕ ਤਰ੍ਹਾਂ ਦੇ ਲੋਕ ਨੇ। ਉਹਨਾਂ ਦਾ ਦਬਾਅ, ਉਹਨਾਂ ਦਾ ਪ੍ਰੈਸ਼ਰ, ਸਰਕਾਰਾਂ ਦਾ ਪ੍ਰੈਸ਼ਰ, ਪੋਲੀਟੀਕਲ ਪ੍ਰੈਸ਼ਰ, ਉਹਨਾਂ ਸਾਰੀਆਂ ਨੂੰ ਝੇਲਣਾ ਬੜਾ ਔਖਾ ਹੁੰਦਾ ਹੈ। ਇੱਕ ਆਫੀਸਰ ਹੋਣ ਦੇ ਨਾਤੇ ਤੁਹਾਨੂੰ ਕਈ ਵਾਰੀ ਰਿਆਇਤ ਵੀ ਕਰਨੀ ਪੈਂਦੀ ਹੈ, ਹਰੇਕ ਚੀਜ਼ ਨੂੰ ਦੇਖਣਾ ਵੀ ਪੈਂਦਾ ਹੈ। ਉਹਨਾਂ ਚੀਜ਼ਾਂ ਦਾ ਦਬਾਅ ਕਿੰਨਾ ਕੁ ਸੀਗਾ ਤੁਹਾਡੇ ਤੇ ਉਹ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਮੈਂ ਬੜਾ ਖੁਸ਼ਕਿਸਮਤ ਸੀਗਾ, ਬੜਾ ਲੱਕੀ ਸੀ ਮੈਂ ਕਿ ਮੇਰੇ ਜਿਹੜੇ ਮੁੱਖ ਮੰਤਰੀ ਹੈ ਮਾਨਯੋਗ ਆਨਰੇਬਲ ਉद्धਵ ਠਾਕਰੇ ਸਰ, ਉਹਨਾਂ ਨੇ ਮੈਨੂੰ ਇੰਨਾ ਦਿੱਤੀ ਸੀਗੀ ਫਰੀडम, ਮਤਲਬ ਕਿ ਉਹ ਕਹਿੰਦੇ ਤੂੰ ਕੋਈ ਮਰਜ਼ੀ ਫੈਸਲਾ ਲੈ, ਮੈਨੂੰ ਪੁੱਛਣ ਦੀ ਲੋੜ ਨਹੀਂ। ਔਰ ਉਹ ਚ ਇੱਕ ਵਾਰੀ ਕੀ ਹੋਇਆ ਕਿ ਸਾਡਾ ਇੱਕ ਨਾਨਾਵਤੀ ਹਸਪੀਟਲ ਹੈ ਇੱਥੇ, ਉਹਨਾਂ ਦੇ ਜਿਹੜੇ ਮਾਲਕ ਹੈਗੇ ਉਹ ਪੂਰੀ ਇੰਡੀਆ ਦੇ ਮੈਕਸ ਚੇਨ ਦੇ ਮਾਲਕ ਹੈ, ਮੈਕਸ ਹਸਪੀਟਲਾਂ ਦੇ। ਉਹਨਾਂ ਨੇ ਮੈਕਸ ਚੇਨ ਅਨਿਲਜੀਤ ਸਾਹਿਬ ਤੋਂ ਖਰੀਦ ਲਈ ਹੈ ਪੂਰੀ। ਤੁਸੀਂ ਅੰਦਾਜ਼ਾ ਲਾ ਲਓ ਕਿਸ ਲੈਵਲ ਦਾ ਬੰਦਾ ਹੋਊਗਾ। ਨਾਨਾਵਤੀ ਬੰਬੇ ਦਾ ਨੰਬਰ 1 ਹਸਪੀਟਲ ਹੈ, ਜਿੱਥੇ ਸਾਰਾ ਬਾਲੀਵੁੱਡ ਜਾਂਦਾ ਹੈ, ਅਮਿਤਾਭ ਬੱਚਨ ਵਗੈਰਾ ਦਾ ਇਲਾਜ ਉੱਥੇ ਹੋਇਆ ਸੀਗਾ। ਅਸੀਂ ਇੱਕ ਵਾਰੀ ਉਹਨਾਂ ਨੇ ਓਵਰ ਚਾਰਜਿੰਗ ਬਿੱਲ ਜ਼ਿਆਦਾ ਲਾਤਾ ਕਿਸੇ ਨੂੰ ਫਸਟ ਵੇਵ 'ਚ, ਅਸੀਂ ਵਾਰਨਿੰਗ ਦਿੱਤੀ, ਸੈਕਿੰਡ ਟਾਈਮ ਫਿਰ ਓਵਰ ਚਾਰਜਿੰਗ ਦੀ ਕੰਪਲੇਂਟ ਆ ਗਈ। ਮੈਂ ਮਾਲਿਕ ਤੇ FIR ਕਰਤਾ ਔਰ ਉਹਦੇ ਅਰੈਸਟ ਵਾਰੰਟ ਕੱਢਤੇ। 4 ਮਹੀਨੇ ਬੰਦਾ ਦਿੱਲੀ ਬੈਠਾ ਰਿਹਾ, ਬੰਬਈ ਨਹੀਂ ਆਇਆ ਕਿ ਮੈਂ ਅਰੈਸਟ ਹੋ ਜਾਊਂਗਾ। ਉਹਨੇ ਦੁਨੀਆ ਭਰ ਦੀਆਂ ਸਿਫਾਰਿਸ਼ਾਂ ਲਾ ਲਈਆਂ ਪਰ ਕਾਮਯਾਬ ਨਹੀਂ ਹੋਇਆ। ਅੱਜ ਵੀ FIR ਉਹਦੇ ਜਿੰਦਾ ਹੈਗਾ। ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਜੇ ਆਪਾਂ ਸਿਸਟਮ ਚਲਾਣੇ ਹੈਗੇ ਫਿਰ ਸਿਫਾਰਿਸ਼ਾਂ ਜ਼ਰੂਰ ਕਰਨੀਆਂ ਪੈਣਗੀਆਂ, ਸਭ ਬਰਾਬਰ ਹੈ ਫਿਰ, ਔਰ ਉਹੀ ਇੱਥੇ ਹੋ ਰਿਹਾ ਇਸ ਟਾਈਮ। ਚਲ ਸਾਹਿਬ ਐਗਜ਼ਾਮਪਲ ਹੈ। ਜੀ ਬਿਲਕੁਲ। ਹੁਣ ਹਲੇ ਵੀ ਮੈਨੂੰ ਲੱਗਦਾ ਕਿ ਚੁਣੌਤੀਆਂ ਘੱਟ ਨਹੀਂ ਨੇ, ਹਾਲਾ ਅਸੀਂ ਕਾਬੂ ਕਾਫੀ ਹੱਦ ਤੱਕ ਪਾ ਲਿਆ, ਪਰ ਚੁਣੌਤੀਆਂ ਹਲੇ ਵੀ ਨੇ। ਸਾਨੂੰ ਨਹੀਂ ਪਤਾ ਕਿ ਥਰਡ ਵੇਵ ਆਣੀ ਹੈ ਨਹੀਂ ਆਣੀ, ਆਏਗੀ ਤਾਂ ਕਿਵੇਂ ਦੀ ਹੋਏਗੀ, ਬੱਚਿਆਂ ਤੇ ਪ੍ਰਭਾਵ ਪਏਗਾ, ਲੇਡੀਜ਼ ਤੇ ਪ੍ਰਭਾਵ ਪਏਗਾ। ਜਿੱਦਾਂ ਦੀ ਤਿਆਰੀ ਤੁਸੀਂ ਫਸਟ ਜਾਂ ਸੈਕੰਡ ਵੇਵ ਤੇ ਕੀਤੀ ਹੈ, ਕਿ ਉਸ ਚੀਜ਼ ਨੂੰ ਤੁਸੀਂ ਜ਼ਿਹਨ ਦੇ ਵਿੱਚ ਰੱਖਿਆ ਹੋਇਆ ਕਿ ਜੇ ਥਰਡ ਵੇਵ ਆਂਦੀ ਹੈ ਤਾਂ ਸਾਡਾ ਲਾਈਨ ਆਫ ਐਕਸ਼ਨ ਕੀ ਹੋਣਾ ਚਾਹੀਦਾ? ਤੁਸੀਂ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਅਸੀਂ ਅਪ੍ਰੈਲ ਦੇ ਐਂਡ 'ਚ ਹੀ, ਸਾਡੀ ਹੁਣ ਵੇਵ ਹੁਣ ਖਤਮ ਹੋਈ ਹੈ। ਅੱਜ ਕੱਲ ਸਾਡੇ ਕੋਲ 600 ਕੇਸ ਆਏ। ਬੰਬਈ ਵਰਗੇ ਸ਼ਹਿਰ 600 ਕੁਛ ਵੀ ਨਹੀਂ, ਕੋਈ 24 ਵਾਰਡਾਂ 'ਚ ਵੰਡ ਦਿਓ ਤਾਂ 15 ਕੇਸ ਆਏ, 120 ਕੇਸ ਆਏ ਇੱਕ ਵਾਰਡ 'ਚ, ਕੁਛ ਵੀ ਨਹੀਂ, ਨੈਗਲੀਜੀਬਲ ਹੋ ਗਿਆ। ਪੋਜ਼ਿਟਿਵਿਟੀ ਸਾਡੀ 2% 2.5% ਤੇ ਆ ਗਈ ਹੈ। ਪਰ ਅਸੀਂ ਇਹ ਤੱਕ ਆਪਾਂ ਗੱਲ ਕਰ ਰਹੇ ਹਾਂ ਅੱਜ 1 ਜੂਨ ਦੀ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 1 ਮਈ ਨੂੰ ਮੀਟਿੰਗ ਲਈ ਸੀਗੀ, ਅੱਜ ਮਹੀਨਾ ਪਹਿਲਾਂ, ਕਿ ਤੀਸਰੀ ਵੇਵ ਆ ਰਹੀ ਹੈ ਤੇ ਤਿਆਰੀਆਂ ਸ਼ੁਰੂ ਕਰੋ। ਤੇ ਉਦੋਂ ਅਸੀਂ ਫੈਸਲੇ ਕੀਤੇ ਕਿ ਅਸੀਂ 4 ਨਵੇਂ ਜੰਬੋ ਹਸਪੀਟਲ ਹੋਰ ਬਣਾਵਾਂਗੇ। ਔਰ ਸਾਨੂੰ ਐਕਸਪਰਟਸ ਨੇ ਕਿਹਾ ਸਾਡੇ ਕੋਲ ਸਟੇਟ ਟਾਸਕ ਫੋਰਸ ਹੈ ਇੱਥੇ, ਉਹ 'ਚ ਦੁਨੀਆ ਦੇ ਮੰਨੇ ਹੋਏ ਜਿਹੜੇ ਡਾਕਟਰ ਦੇ ਇੰਡੀਆ ਦੇ, ਉਹਨਾਂ ਨੂੰ ਅਸੀਂ ਬੰਬਈ ਦੇ ਡਾਕਟਰਾਂ ਨੂੰ ਲਿਆ ਹੋਇਆ ਹੈ। ਉਹ ਸਾਨੂੰ ਐਡਵਾਈਸ ਕਰਦੇ ਆ ਡੇਲੀ ਬੇਸਿਸ ਤੇ। ਉਹ ਡਾਕਟਰ ਅਡਵਾਡੀਆ ਜਿਹੜੇ ਮੰਨੇ ਜਾਂਦੇ ਆ ਕਿ ਕਿਡਨੀ ਦੇ ਨੰਬਰ 1 ਹੈ ਵਰਲਡ ਦੇ, ਜਾਂ ਪ੍ਰਫੁੱਲ ਦੇਸਾਈ ਸਾਹਿਬ ਹੈ ਕੋਈ ਕੈਂਸਰ ਦੇ ਨੰਬਰ 1 ਹੈਗੇ, ਜਾਂ ਡਾਕਟਰ ਸ਼ਾਂਕ ਜੋਸ਼ੀ ਹੈਗੇ ਐਂਡੋਕ੍ਰਿਨੋਲੋਜੀ ਨੰਬਰ 1 ਹੈ ਦੁਨੀਆ 'ਚ ਮੰਨੇ ਜਾਂਦੇ। ਇਹ ਡਾਕਟਰ ਸਾਨੂੰ ਐਡਵਾਈਸ ਕਰਦੇ ਆ ਡੇਲੀ ਬੇਸਿਸ ਤੇ। ਸਟੇਟ ਟਾਸਕ ਫੋਰਸ ਬਣਾਈ ਹੋਈ ਹੈ। ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਅਗਲੀ ਵੇਵ ਆਏ, ਫਸਟ ਵੇਵ ਆਈ ਸੀਗੀ 60+ ਜ਼ਿਆਦਾ, ਸੈਕਿੰਡ ਜਿਹੜੀ ਵੇਵ ਆਈ ਹੈਗੀ ਉਹ ਆਈ ਹੈਗੀ 20 ਔਰ 60 ਦੇ ਵਿੱਚ ਜ਼ਿਆਦਾ ਆਈ ਹੈ। ਸਾਡੇ ਕੋਲ 20 ਔਰ 40 ਵਿੱਚ ਬੜੇ ਕੇਸ ਆਏ। ਔਰ ਉਹ ਕਹਿੰਦੇ ਥਰਡ ਵੇਵ ਆਊਗੀ 1 ਸਾਲ 2 ਸਾਲ ਦੇ ਬੱਚੇ ਤੋਂ ਲੈ ਕੇ 16-17 ਸਾਲ ਤੱਕ, ਮੈਕਸਿਮਮ ਟਾਰਗੇਟ ਇਹ ਹੋਊਗਾ। ਫਿਰ ਅਸੀਂ ਇਹ ਫੈਸਲਾ ਲਿਆ ਕਿ ਅਸੀਂ 4 ਨਵੇਂ ਬੱਚਿਆਂ ਵਾਲੇ ਜੰਬੋ ਬਣਾਵਾਂਗੇ। ਉਹ 'ਚ ਅਸੀਂ 1000 ਕਮਰੇ ਬਣਾ ਰਹੇ ਹਾਂ, ਔਰ ਜਿਹੜੇ ਰੜੇ ਮੈਦਾਨਾਂ 'ਚ ਬਣਾ ਰਹੇ ਹਾਂ, ਓਪਨ ਫੀਲਡ ਗਰਾਊਂਡਾਂ 'ਚ, ਉੱਥੇ ਅਸੀਂ 800 ਅਸੀਂ ICU ਬਣਾ ਰਹੇ ਹਾਂ, और 70% ਅਸੀਂ ਉੱਥੇ ਆਕਸੀਜਨ ਬੈੱਡ ਬਣਾ ਰਹੇ ਹਾਂ। ਔਰ ਸਭ ਜਗ੍ਹਾ ਅਸੀਂ ਆਕਸੀਜਨ ਪਲਾਂਟ ਲਾ ਰਹੇ ਹਾਂ। ਜੋ ਪਿੱਛੇ ਜੇ ਦਿੱਕਤ ਹੋਈ ਪੂਰੇ ਦੇਸ਼ ਭਰ 'ਚ ਆਕਸੀਜਨ ਦੀ, ਉਹ ਤੋਂ ਸਬਕ ਲੈਂਦੇ ਹੋਏ ਅਸੀਂ ਆਖਿਆ ਅਸੀਂ 1 ਮੈਟ੍ਰਿਕ ਯੂਨਿਟ ਵੀ ਆਕਸੀਜਨ ਜਾਂ ਸਿਲੰਡਰ ਇੰਪੋਰਟ ਨਹੀਂ ਕਰਨਾ। ਅਸੀਂ ਜਿੱਥੇ ਸਾਡਾ ਜੰਮੂ ਹਸਪੀਟਲ ਹੈ ਉੱਥੇ ਹੀ ਆਕਸੀਜਨ ਜਨਰੇਟ ਕਰਾਂਗੇ। ਅਸੀਂ ਉੱਥੇ 50 ਕਰੋੜ ਰੁਪਏ ਦੇ ਅਸੀਂ ਵੱਡੇ ਆਕਸੀਜਨ ਜਨਰੇਸ਼ਨ ਪਲਾਂਟ ਲਾ ਰਹੇ ਹਾਂ। ਔਰ 100% ਆਕਸੀਜਨ ਅਸੀਂ ਇਨ ਸਿਟੂ ਜਨਰੇਟ ਕਰਾਂਗੇ। ਉਹ ਸਾਰੇ 50% ਤਿਆਰ ਹੋ ਚੁੱਕੇ ਹੈ। ਲਗਭਗ ਇਹ 25 ਜੂਨ ਦੇ ਆਸ-ਪਾਸ ਸਾਡੇ ਇਹ ਸਾਰੇ ਜੰਬੋ ਤਿਆਰ ਖੜੇ ਹੋ ਜਾਣਗੇ। ਔਰ ਲੋਕਾਂ ਨੇ ਸਾਡੀ ਹੁਣ ਕ੍ਰੈਡੀਬਿਲਿਟੀ ਨਹੀਂ ਵੱਧ ਗਈ ਹੈਗੀ, ਕਿਉਂਕਿ ਸਾਡਾ ਡੈਥ ਰੇਟ ਵਿਸ਼ਵਾਸ ਵੱਧ ਗਿਆ ਹੈ। ਕਿ ਮੈਨੂੰ ਪਿਛਲੇ ਹਫਤੇ ਜੋ HDFC ਦੇ ਚੇਅਰਮੈਨ ਸਾਹਿਬ ਹੈ ਦੀਪਕ ਪਾਰੇਖ ਸਾਹਿਬ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਚਹਿਲ ਤੁਹਾਡਾ ਜਿਹੜਾ ਜੰਬੋ ਬਣ ਰਿਹਾ ਇੱਕ ਵਰਲੀ 'ਚ ਕਿੰਨੇ ਕਰੋੜ ਦਾ ਬਣ ਰਿਹਾ? ਮੈਂ 45 ਕਰੋੜ ਦਾ। ਉਹ ਕਹਿੰਦੇ ਮੈਨੂੰ ਇੱਕ ਈਮੇਲ ਕਰ ਦਿਓ, ਮੈਂ 45 ਕਰੋੜ ਰੁਪਏ CSR ਤੁਹਾਨੂੰ ਦਊਂਗਾ, ਸਾਰਾ ਖਰਚਾ ਮੈਂ ਚੱਕੂੰਗਾ। ਸਾਨੂੰ 50 ਕਰੋੜ ਇੱਕ ਹਫ਼ਤੇ CSR ਮਿਲਣ ਲੱਗ ਗਿਆ ਹੈਗਾ। ਪੈਸੇ ਦੀ ਦਿੱਕਤ ਨਹੀਂ, ਪੈਸਾ ਤੁਸੀਂ ਕਿਤੇ ਵੀ ਕੰਮ ਕਰੋਗੇ ਲੋਕੀ ਪੈਸੇ ਵਾਲੇ ਆ ਜਾਣਗੇ ਤੁਹਾਡੀ ਮਦਦ ਕਰਨ ਵਾਸਤੇ। ਨੀਤੀ ਤੇ ਮੈਨੇਜਮੈਂਟ ਦੀ ਹੈ, ਨੀਤੀ ਔਰ ਨੀਅਤ ਚਾਹੀਦੀ ਹੈ। ਨੀਅਤ ਹੋਵੇ ਤਾਂ ਪੈਸੇ ਦੀ ਕੋਈ ਕਮੀ ਨਹੀਂ ਪੈਂਦੀ।
ਚੱਲ ਸਾਹਿਬ ਇੱਕ ਗੱਲ ਹੋਰ, ਮੈਂ ਡਾਕਟਰੀ ਪੇਸ਼ੇ ਦਾ ਬੜਾ ਸਨਮਾਨ ਕਰਦਾ, ਬੜੇ ਸਤਿਕਾਰਯੋਗ ਨੇ, ਪਰ ਡਾਕਟਰੀ ਪੇਸ਼ੇ ਨੂੰ ਟੈਕਲ ਕਰਨਾ ਵੀ ਬੜਾ ਔਖਾ ਹੈ। ਤੁਹਾਡੇ ਸਾਹਮਣੇ ਵੀ ਅਜਿਹੀਆਂ ਸਮੱਸਿਆਵਾਂ ਆਈਆਂ ਹੋਣੀਆਂ। ਡਾਕਟਰ ਸਾਹਿਬਾਨ ਦਿਨ ਰਾਤ ਇੱਕ ਕੰਮ ਕਰਦੇ ਨੇ, ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਨੇ, ਪਰ ਕੀ ਉਹਨਾਂ ਨੂੰ ਭਰੋਸੇ ਦੇ ਵਿੱਚ ਰੱਖਣਾ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਇੱਕ ਚੁਣੌਤੀ ਸੀ? ਇਹ ਜੀ ਸਾਡੀ ਜਿਹੜੇ ਮੁੰਬਈ ਦਾ ਮਾਡਲ ਆ, ਉਹਦੀ ਰੀੜ ਦੀ ਹੱਡੀ ਜਿਹੜੀ ਡਾਕਟਰ ਹੀ ਹੈ। ਮੈਂ ਹਮੇਸ਼ਾ ਹਰ ਇੰਟਰਵਿਊ 'ਚ ਕਹਿਣਾ ਹੈਗਾ ਕਿ ਜਿਹੜੇ ਜਦ ਤੱਕ ਤੁਸੀਂ ਡਾਕਟਰ ਦਾ ਮਾਨ ਸਨਮਾਨ ਨਹੀਂ ਕਰੋਗੇ, ਸਪੈਸ਼ਲੀ IAS ਅਫਸਰਸ ਹੈ, ਕਿਉਂਕਿ IAS ਅਫਸਰ ਲੀਡਰਸ਼ਿਪ ਅੱਗੇ ਹੁੰਦੇ, ਜਦ ਤੱਕ ਮਾਨ ਸਨਮਾਨ ਨਹੀਂ ਕਰੋਗੇ, ਜਦ ਤੱਕ ਉਹਨਾਂ ਨੂੰ ਇਨਕਰੇਜ ਨਹੀਂ ਕਰੋਗੇ, ਜਦ ਤੱਕ ਉਹਨਾਂ ਦੇ ਨਾਲ ਖੜੇ ਨਹੀਂ ਰਹੋਗੇ, ਜਦ ਤੱਕ ਉਹਨਾਂ ਦੀ ਪ੍ਰੋਬਲਮ ਸੋਲਵ ਨਹੀਂ ਕਰੋਗੇ, ਤਦ ਤੱਕ ਇਹ ਸਾਡਾ ਮੁੰਬਈ ਸਿਸਟਮ ਮਾਡਲ ਕਿਤੇ ਵੀ ਕਾਪੀ ਨਹੀਂ ਹੋ ਸਕਦਾ, ਰੈਪਲੀਕੇਟ ਨਹੀਂ ਹੋ ਸਕਦਾ। ਅੱਜ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ, ਇਹ ਤਾਂ ਮੈਂ ਬਾਅਦ ਚ ਗੱਲ ਕਰੂੰਗਾ, ਸਾਡੇ ਕੋਲੇ ਅੱਜ BMC 5 ਮੈਡੀਕਲ ਕਾਲਜ ਸਾਡੇ ਓਨਰਸ਼ਿਪ ਦੇ ਹੈ, KM, ਨਾਇਰ, ਸਾਇਨ, ਔਰ ਸਾਰੇ ਇਹ ਦੇਸ਼ 'ਚ ਪਹਿਲੇ ਚੌਥੇ ਪੰਜਵੇਂ ਗ੍ਰੇਡੇਸ਼ਨ ਲਿਸਟ ਆਉਂਦੇ ਹੈਗੇ, ਟੌਪ ਕਲਾਸ ਮੈਡੀਕਲ ਕਾਲਜਸ ਹੈਗੇ। ਇਹ ਸਾਰੇ 100 ਸਾਲ ਪੁਰਾਣੇ ਹੈਗੇ। ਇਹਦੀ ਮਤਲਬ ਕਿ ਓਨਰਸ਼ਿਪ ਸਾਡੇ ਕੋਲੇ ਹੈਗੀ, ਸਟੇਟ ਗਵਰਨਮੈਂਟ ਕੋਲੇ ਹੈ ਨਹੀਂ। ਅਸੀਂ ਇਹ ਜਿਹੜੇ ਡੀਨ ਹੈਗੇ, ਜੇ ਪ੍ਰਿੰਸੀਪਲ ਹੈਗੇ ਮੈਡੀਕਲ ਕਾਲਜਾਂ ਦੇ, ਬੇਸ਼ੱਕ ਇਹਨਾਂ ਨੂੰ ਮੈਨੂੰ ਡਿਸਮਿਸਲ ਦੀ, ਮੈਨੂੰ ਸਸਪੈਂਸ਼ਨ ਦੀ ਪਾਵਰ ਮੇਰੇ ਕੋਲੇ ਹੈਗੀ, ਪਰ ਅੱਜ ਵੀ ਮੈਂ ਜਦੋਂ ਉਹਨਾਂ ਨੂੰ ਫੋਨ ਕਰਦਾ ਹੈਗਾ ਜਾਂ WhatsApp ਕਰਦਾ, ਮੈਂ ਉਹਨੂੰ ਸਰ ਐਡਰੈਸ ਕਰਦਾ ਉਹਨਾਂ ਨੂੰ, ਕਿਉਂਕਿ ਇਹ ਇੰਨੇ ਉਹਨਾਂ ਕੋਲ ਡਿਗਰੀਆਂ ਅਮਰੀਕਾ ਦੀਆਂ, ਇੰਗਲੈਂਡ ਦੀਆਂ, ਉਹਨਾਂ ਦੀ ਐਜੂਕੇਸ਼ਨ ਦਾ ਤੁਹਾਨੂੰ ਇੱਜ਼ਤ ਕਰਨੀ ਪਊਗੀ, ਔਰ ਉਹ ਹੁਣ ਮੇਰੇ ਵਾਸਤੇ ਜਾਨ ਦਿੰਦੇ ਆ ਬਿਕੋਜ਼ ਅਸੀਂ ਇੱਜ਼ਤ ਕਰਦੇ ਹਾਂ। ਇਸ ਤਰ੍ਹਾਂ ਹੀ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ, ਅੱਜ ਚਾਹੇ 1000 ਕਰੋੜ ਦਾ ਘਾਟਾ ਖਾ ਚੁੱਕੇ ਹੈ, ਪਰ ਅੱਜ ਮੈਂ ਕਿਸੇ ਹਸਪੀਟਲ ਦੇ CEO ਨੂੰ ਫੋਨ ਕਰਾਂ, ਉਹ ਪਹਿਲੇ ਰਿੰਗ ਤੇ ਫੋਨ ਚੱਕਦਾ ਮੇਰਾ, ਔਰ ਮੈਂ ਵੀ ਉਹਨੂੰ ਸਰ ਕੇ ਗੱਲ ਕਰਦਾ ਉਹਦੇ ਨਾਲ। ਇਹ ਛੋਟੀ ਛੋਟੀ ਗੱਲਾਂ ਨਾਲ ਬਹੁਤ ਵੱਡੀਆਂ ਗੱਲਾਂ ਅਚੀਵ ਹੋ ਜਾਂਦੀਆਂ ਹੈਗੀਆਂ। ਤੁਸੀਂ ਜਿੰਨੀ ਜ਼ਿਆਦਾ ਇੱਜ਼ਤ ਕਰੋਗੇ ਡਾਕਟਰਾਂ ਦੀ, ਜਿੰਨਾ ਉਹਨਾਂ ਦਾ ਸਨਮਾਨ ਕਰੋ, ਉਹਨਾਂ ਤੁਹਾਨੂੰ ਉਹਨਾਂ ਦਾ ਡਿਵੀਡੈਂਡ ਮਿਲੇਗਾ, ਰਿਟਰਨ ਮਿਲੇਗੀ, ਫਾਇਦਾ ਤੁਹਾਡਾ ਹੀ ਹੋਏਗਾ। कारण ਲੜਾਈ ਜਿਹੜੀ ਹੈਗੀ ਡਾਕਟਰਾਂ ਨੇ ਲੜਨੀ ਹੈ, ਪੈਰਾਮੈਡੀਕਲ ਲੜਨੀ ਹੈ, ਅਸੀਂ ਤਾਂ ਲੜਵਾਉਣੀ, ਜੇ ਲੜਨ ਵਾਲੇ ਹੋਣਗੇ ਅਸੀਂ ਕਰਾਂਗੇ। ਇਸ ਕਰਕੇ ਉਹਦਾ ਸਨਮਾਨ ਬਹੁਤ ਕ੍ਰਿਟੀਕਲ ਹੈਗਾ ਇਹ ਕਰੋਨਾ ਦੀ ਲੜਾਈ 'ਚ। ਇੱਕ ਚੱਲ ਸਾਹਿਬ, ਇੱਕ ਹੋਰ ਬੜੀ ਸਮੱਸਿਆ ਸੀ ਇਸ ਕਰੋਨਾ ਪੈਂਡੈਮਿਕ ਦੇ ਦੌਰਾਨ, ਉਹ ਸੀ ਰਿਊਮਰਸ ਦੀ, ਅਫਵਾਹਾਂ ਦੀ। ਬੜੇ ਸਾਰੇ ਲੋਕ ਬੜੇ ਤਰ੍ਹਾਂ ਦੀ ਅਫਵਾਹਾਂ ਫੈਲਾਉਂਦੇ ਸੀ ਕਿ ਨਹੀਂ ਜੀ ਤੁਸੀਂ ਹਸਪੀਟਲ ਨਾ ਜਾਣਾ, ਹਸਪੀਟਲ ਬੰਦਾ ਗਿਆ ਵਾਪਸ ਨਹੀਂ ਮੁੜੇਗਾ, ਰੈਮਡਿਸੀਵਰ ਨਾ ਲਗਵਾਉਣਾ, ਉਹ ਲਗਵਾਉਂਦੇ ਹੀ ਬੰਦਾ ਖਤਮ ਹੋ ਜਾਏਗਾ। ਹੁਣ ਤੁਹਾਡੇ ਸਾਹਮਣੇ ਵੈਕਸੀਨ ਦਾ ਵੀ ਬੜੀਆਂ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਕਿ ਵੈਕਸੀਨ ਨਾ ਲਵਾਓ, ਇਹਦੇ ਬਾਰੇ ਕੁਝ ਪਤਾ ਨਹੀਂ ਹੈ। ਅਜਿਹੇ ਰੂਮਰਸ ਨੂੰ ਠੱਲ ਪਾਉਣ ਦੇ ਲਈ ਤੁਹਾਡੇ ਵੱਲੋਂ ਕੁਝ ਖਾਸ ਕੰਮ ਕੀਤਾ ਗਿਆ ਸੀ? ਇਹ 'ਚ ਅਸੀਂ ਕੀਤਾ ਕਿ ਅਸੀਂ ਇਹਨਾਂ ਦੇ ਜਿਹੜੇ ਕਈ ਧਾਰਮਿਕ ਲੀਡਰ ਹੈ ਜਿਹੜੇ, ਜਾਂ ਇਹਨਾਂ ਕਮਿਊਨਿਟੀ ਲੀਡਰਸ ਹੈਗੇ, ਉਹਨਾਂ ਨਾਲ ਅਸੀਂ ਸੰਪਰਕ ਸਾਧਿਆ, ਔਰ ਅਸੀਂ ਵੀਡੀਓਜ਼ ਬਣਾਈਆਂ, ਔਰ ਵੀਡੀਓਜ਼ ਬਣਾ ਕੇ ਹੁਣ ਇੱਕ ਸਪੈਸ਼ਲੀ ਕਮਿਊਨਿਟੀ ਹੈ ਜਿੱਥੇ ਬੜਾ ਇਹਨਾਂ ਦਾ ਸੀਗਾ ਕਿ ਵੀ ਵੈਕਸੀਨ ਲਗਵਾਉਣਾ। ਸੋ ਅਸੀਂ ਵੀਡੀਓਜ਼ ਬਣਾ ਕੇ ਉਹਨਾਂ ਦੇ ਜਿਹੜੇ ਧਰਮ ਗੁਰੂ ਹੈ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਵਾਇਰਲ ਕਰੋ ਤੁਹਾਡੀ ਕਮਿਊਨਿਟੀ 'ਚ, ਔਰ ਉਹ ਨਾਲ ਬੜਾ ਅਸਰ ਹੋਇਆ ਕਿ ਜਦੋਂ ਕੋਈ ਸਮਝੋ ਕਿ ਸਿੱਖ ਧਰਮ ਹੈ ਆਪਣਾ, ਜੇ ਕੋਈ ਸਿੱਖ ਵੱਡਾ ਲੀਡਰ ਗੱਲ ਕਰੂਗਾ ਤਾਂ ਜਨਤਾ ਗੱਲ ਸੁਣੂਗੀ ਉਹਦੀ। ਇਸ ਤਰ੍ਹਾਂ ਹਰ ਧਰਮ ਦੇ ਲੀਡਰ ਦੀ ਗੱਲ ਸੁਣਦੇ, ਅਸੀਂ ਉਹਨਾਂ ਨੂੰ ਬੜਾ ਯੂਜ਼ ਕੀਤਾ ਕੰਸਟਰਕਟਿਵਲੀ, ਉਹਦੇ ਨਾਲ ਸਾਨੂੰ ਬੜਾ ਫਾਇਦਾ ਹੋਇਆ, ਔਰ ਅਸੀਂ ਵਾਇਰਲ ਕਰਕੇ ਇਹ ਡੈਲੀਬਰੇਟਲੀ ਵੀਡੀਓ ਬਣਾ ਕੇ ਅਸੀਂ ਪ੍ਰਚਾਰ ਕੀਤਾ। ਅੱਜ ਵੈਕਸੀਨ ਦੀ ਹੈਜ਼ੀਟੈਂਸੀ ਲਗਭਗ ਮੁੰਬਈ 0 ਹੋ ਗਈ ਹੈ। ਚੱਲ ਸਾਹਿਬ, ਇੱਕ ਹੋਰ ਮੈਂ ਸਵਾਲ ਜ਼ਰੂਰ ਪੁੱਛਣਾ ਚਾਹਨਾ, ਇਸ ਸਾਰੇ ਸਿਨੈਰੀਓ ਦੌਰਾਨ ਲੋਕਾਂ ਦਾ ਕੰਮਕਾਰ ਵੀ ਬੜਾ ਇਫੈਕਟ ਹੋਇਆ, ਲੋਕਾਂ ਨੂੰ ਖਾਣ ਦੇ ਲਾਲੇ ਵੀ ਪੈ ਗਏ, ਕੰਮਕਾਰ ਠੱਪ ਹੋ ਗਏ, ਲੋਕਡਾਊਨ ਕਰਕੇ ਲੋਕਾਂ ਦੇ ਵਪਾਰ ਵੀ ਖਤਮ ਹੋ ਗਏ। ਅਜਿਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੈਲਪ ਕਿਸੇ ਦੀ ਕੀਤੀ ਗਈ, ਭਾਵੇਂ ਉਹ ਫੂਡ ਦੇ ਤੌਰ ਤੇ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਆਰਥਿਕ ਮਦਦ ਹੋਵੇ? ਤੁਸੀਂ BMC ਕਿਹਾ ਕਿ ਆਰਥਿਕ ਪੱਖੋਂ ਸਾਨੂੰ ਕੋਈ ਕਮੀ ਨਹੀਂ, ਪਰ ਕੀ ਉਧਰਲੇ ਪਾਸੇ ਵੀ ਅਸੀਂ ਸੋਚਿਆ? ਜੀ ਤੁਸੀਂ ਸੁਣ ਕੇ ਹੈਰਾਨੀ ਹੋਏਗੀ, ਜਦੋਂ ਇਹ ਲੋਕਡਾਊਨ ਹੋਇਆ ਹੈਗਾ ਅਪ੍ਰੈਲ ਮਈ 'ਚ, ਤੇ ਬਾਅਦ 'ਚ ਵੀ ਚੱਲਦਾ ਰਿਹਾ, ਅਸੀਂ ਇੱਕ ਟਾਈਮ 'ਚ 9 ਲੱਖ ਫੂਡ ਪੈਕੇਟ ਡੇਲੀ ਬਣਦੇ ਸੀ। 9 ਲੱਖ ਫੂਡ ਪੈਕੇਟਸ ਹਰ ਡਿਸਟ੍ਰੀਬਿਊਟ ਕਰਦੇ ਸੀਗੇ, ਔਰ ਉਹ ਬੜਾ ਐਫਰਟ ਸੀ। ਕੋਈ 1.25 ਲੱਖ ਪੈਕੇਟ ਮਿਸ ਨੁਸਲੀ ਵਾੜੀਆ ਦੇ ਰਿਹਾ ਹੈਗਾ, ਵਾੜੀਆ ਗਰੁੱਪ ਵਾਲੇ, ਕੋਈ 1 ਲੱਖ ਪੈਕੇਟ ਰਤਨ ਟਾਟਾ ਸਾਹਿਬ ਦੇ ਰਹੇ ਹੈਗੇ। ਇਸ ਤਰ੍ਹਾਂ NGO ਦਾ ਬੜਾ ਸਪੋਰਟ ਰਿਹਾ ਸਾਨੂੰ, ਕੁਝ ਖਰਚਾ ਕਰਦੇ ਸੀਗੇ। ਉਹਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਸਾਡੇ ਜਿਹੜੇ ਫਲਾਈਟ ਕਿਚਨ ਬੰਦ ਹੋ ਗਏ ਸੀਗੇ, ਕਿਉਂਕਿ 900 ਫਲਾਈਟਾਂ ਹੋਣੀਆਂ ਬੰਦ ਹੋ ਗਈਆਂ। ਤਾਂ ਜੋ ਕੋਈ ਤਾਜ 에ਅਰ ਕਿਚਨ ਸੀਗੀ ਜਿਹੜੀ, ਇਹਨਾਂ ਨੇ ਲਗਭਗ 85,000 ਬਿਜ਼ਨਸ ਕਲਾਸ ਵਾਸਤੇ ਡੇਲੀ ਇਹ ਲੰਚ ਤਿਆਰ ਕਰਦੇ, ਡਿਨਰ ਤਿਆਰ ਕਰਦੇ ਸੀਗੇ। ਇਹਨਾਂ ਨੇ ਉਹ 85,000 ਬੰਦ ਨਹੀਂ ਕੀਤਾ, ਇਹ 85,000 ਉਹ ਪੈਕ ਡਿਨਰ ਸਾਨੂੰ ਹਸਪੀਟਲਾਂ 'ਚ ਸਪਲਾਈ ਕਰਨਾ ਸ਼ੁਰੂ ਕਰਤਾ। ਔਰ ਉੱਥੇ ਚਾਹੇ ਨਰਸ ਸੀਗੀ, ਚਾਹੇ ਵਾਰਡ ਬॉय ਸੀਗਾ, ਉਹ ਵੀ ਖਾਣਾ ਖਾ ਰਿਹਾ ਸੀ ਜਿਹੜਾ ਇੱਕ ਕੋਈ ਬੰਦਾ ਕੋਈ ਲੁਫਥਾਂਸਾ ਫਲਾਈਟ ਜਾਂ ਕੋਈ ਬ੍ਰਿਟਿਸ਼ 에ਅਰਵੇਜ਼ 'ਚ ਬਿਜ਼ਨਸ ਕਲਾਸ ਖਾਣਾ ਖਾਂਦਾ ਸੀਗਾ। ਸੋ ਇਸ ਤਰ੍ਹਾਂ ਕਰਕੇ ਇਹ 'ਚ ਸਪੈਸ਼ਲੀ ਜੋ ਟਾਟਾ ਗਰੁੱਪ ਹੈਗਾ ਉਹਨਾਂ ਨੇ ਕਮਾਲ ਕੀਤਾ ਹੈਗਾ
ਉਹਨਾਂ ਨੇ ਨਵੰਬਰ ਦਸੰਬਰ ਤੱਕ ਇਹ ਚਾਲੂ ਰੱਖਿਆ। ਚੱਲ ਸਾਹਿਬ ਇੱਕ ਤੇ ਐਫਰਟ ਹੋਇਆ। ਉਸ ਤੋਂ ਬਾਅਦ ਸਰਕਾਰੀ ਤਰਫੋਂ ਅਸੀਂ ਬੜੇ ਸਟੈਪ ਚੱਕੇ। ਅਸੀਂ ਆਖਿਆ ਵੀ BMC ਕੋਲੇ ਇੰਨਾ ਫੰਡਸ ਹੈਗੇ, ਸਾਨੂੰ ਕੋਈ ਥੋੜਾ ਜਿਹਾ 5-7 ਹਜ਼ਾਰ ਕਰੋੜ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਲੋਕਾਂ ਨੂੰ ਰਾਹਤ ਦੇ ਦਈਏ। ਅਸੀਂ ਸਾਡੇ ਕੋਲ 187 ਹੋਟਲ ਸੀਗੇ ਜਿੱਥੇ ਅਸੀਂ 48,000 ਕਮਰੇ ਲੈ ਕੇ ਅਸੀਂ ਲੋਕਾਂ ਨੂੰ ਸਲਮ ਏਰੀਆ ਸ਼ਿਫਟ ਕਰ ਦਿੰਦੇ ਸੀਗੇ। ਜੇ ਕਿਤੇ ਜੋ ਸਾਡੀ ਪਾਲਿਸੀ ਚੇਜ਼ ਦਾ ਵਾਇਰਸ ਪਾਲਿਸੀ, ਕਿ ਵਾਇਰਸ ਨੂੰ ਪਿੱਛਾ ਕਰੋ, ਉਹ ਇਹ ਸੀਗਾ ਕਿ ਅਸੀਂ ਸਾਡੇ 50,000 ਕਰਮਚਾਰੀ ਸਲਮਾਂ 'ਚ ਵੜ ਗਏ, ਕੰਟੇਨਮੈਂਟ ਜ਼ੋਨਾਂ 'ਚ। ਇੱਕ ਜ਼ਮਾਨੇ ਸਾਡੇ ਕੋਲ 2300 ਕੰਟੇਨਮੈਂਟ ਜ਼ੋਨ ਸੀ। ਅਸੀਂ ਘਰੋਂ ਘਰੀ ਜਾ ਕੇ ਟੈਸਟਿੰਗ ਕਰਨ ਲੱਗੇ, ਜਿਹੜੇ ਇਹ ਝੋਪੜਪੱਟੀਆਂ ਲੋਕ ਰਹਿੰਦੇ ਹੈਗੇ, ਜਿੱਥੇ ਬੰਦਾ ਪੋਜ਼ਿਟਿਵ ਮਿਲ ਜਾਂਦਾ ਸੀਗਾ ਅਸੀਂ ਉਹਦੇ ਘਰ ਦੇ ਔਰ ਆਸ-ਪਾਸ ਦੇ 15 ਬੰਦੇ ਚੱਕ ਲੈਂਦੇ ਸੀ ਬਾਈ ਫੋਰਸ, ਬੱਸਾਂ 'ਚ ਪਾ ਕੇ ਉਹਨਾਂ ਨੂੰ 3 ਸਟਾਰ 4 ਸਟਾਰ ਹੋਟਲਾਂ 'ਚ ਲਿਆਉਂਦੇ ਸੀਗੇ। 10 ਦਿਨ ਤੱਕ ਉਹਨਾਂ ਨੂੰ ਅਸੀਂ ਹੋਟਲ 'ਚ ਫ੍ਰੀ ਬੋਰਡਿੰਗ ਐਂਡ ਲੌਜਿੰਗ ਦਿੰਦੇ ਸੀਗੇ। ਜੇ ਸਿੰਪਟਮ ਆ ਜਾਂਦੇ ਸੀ ਹਾਈ ਰਿਸਕ ਕੰਟੈਕਟ, ਉਹਨਾਂ ਨੂੰ ਅਸੀਂ ਘੱਲ ਦਿੰਦੇ ਸੀ ਹਸਪੀਟਲ 'ਚ। ਜੇ ਸਿੰਪਟਮ ਨਹੀਂ ਆਉਂਦੇ ਸੀ ਉਹਨਾਂ ਨੂੰ ਵਾਪਸ ਉਹਨਾਂ ਘਰ ਸੈਨੀਟਾਈਜ਼ ਕਰਕੇ ਉਹਨੂੰ ਘਰੇ ਮੋੜ ਦਿੰਦੇ ਸੀਗੇ। ਅਸੀਂ ਹਰ ਹਫਤੇ 30,000 ਬੰਦੇ ਕੱਢਣੇ ਸ਼ੁਰੂ ਕਰਤੇ। ਫਿਰ ਪਹਿਲੇ 5 ਹਫ਼ਤਿਆਂ 'ਚ ਮੈਂ 1.5 ਲੱਖ ਬੰਦਾ ਸਲਮ 'ਚੋਂ ਕੱਢ ਕੇ 4 ਸਟਾਰ ਹੋਟਲਾਂ 'ਚ ਲੈ ਕੇ ਆਂਦਾ, ਔਰ ਉਹ ਵੀ ਇੰਨੇ ਖੁਸ਼ ਹੋ ਗਏ ਕਿ ਉਹਨਾਂ ਨੇ ਸੋਚਿਆ ਸੀ ਜ਼ਿੰਦਗੀ 'ਚ ਕਦੇ 4 ਸਟਾਰ ਹੋਟਲਾਂ 'ਚੋਂ ਫ੍ਰੀ ਰਹਿਣਗੇ 10 ਦਿਨ, ਖਾਣਾ ਪੀਣਾ ਰਹਿਣਾ ਸੀ। ਉਹ ਬਾਅਦ 'ਚ ਫੋਰਸ ਕਰਨ ਦੀ ਲੋੜ ਹੀ ਨਹੀਂ ਪਈ, ਲੋਕੀ ਆਪੇ ਆਉਣ ਲੱਗ ਗਏ। ਪਰ ਉਹਦੇ ਨਾਲ ਕੀ ਹੋਇਆ, ਇਹ 1.5 ਲੱਖ ਹਾਈ ਰਿਸਕ ਕੰਟੈਕਟ ਸੀਗੇ ਜਿਹੜੇ ਇਹਨਾਂ 'ਚੋਂ ਜੇ 10-15 ਹਜ਼ਾਰ ਵੀ ਪੋਜ਼ਿਟਿਵ ਹੋ ਜਾਂਦੇ, ਇਹਨਾਂ ਨੇ ਗਾਂ 1.5 ਲੱਖ ਬੰਦਿਆਂ ਨੂੰ ਪੋਜ਼ਿਟਿਵ ਕਰ ਦੇਣਾ ਸੀ, 10 ਲੱਖ ਬੰਦੇ ਪੋਜ਼ਿਟਿਵ ਹੋ ਜਾਂਦੇ, ਚੇਨ ਬਣ ਜਾਂਦੀ। ਉਹ ਅਸੀਂ ਵਾਇਰਸ ਦਾ ਸੰਪਰਕ ਤੋੜਤਾ। ਉਸ ਤੋਂ ਬਾਅਦ ਜੀ ਸਾਰੇ ਹੋਟਲਾਂ ਦੀ ਅਸੀਂ ਪ੍ਰੋਪਰਟੀ ਟੈਕਸ ਮਾਫ ਕਰਤਾ, ਜਿਹੜਾ ਸਰਕਾਰ ਨੂੰ ਟੈਕਸ ਭਰਦੇ ਉਹਨੂੰ ਅਸੀਂ ਆਖਿਆ ਕਾਈਂਡਨੈਸ ਪੈਕੇਜ। ਅਸੀਂ ਆਖਿਆ ਯੂ ਆਰ ਕਾਈਂਡ ਟੂ ਅਸ, ਸਾਡਾ ਇਹ ਕਾਈਂਡਨੈਸ ਪੈਕੇਜ ਹੈ ਤੁਹਾਨੂੰ। ਉਸ ਤੋਂ ਇਲਾਵਾ ਅਸੀਂ BMC 'ਚ ਹਰ ਸਾਲ ਲਗਭਗ 4,000 ਕਰੋੜ ਸਾਨੂੰ ਕੰਸਟਰਕਸ਼ਨ ਪਰਮਿਸ਼ਨਾਂ ਤੋਂ ਸਾਨੂੰ ਪ੍ਰੀਮੀਅਮ ਮਿਲਦਾ ਹੈ। ਕੋਈ ਬਿਲਡਿੰਗ ਪਰਮਿਸ਼ਨ ਹੈ, ਬਿਲਡਿੰਗਾਂ ਬਣਦੀਆਂ, ਕੋਈ ਆਕੂਪੈਂਸੀ ਸਰਟੀਫਿਕੇਟ ਹੈਗਾ, ਕੋਈ ਨਕਸ਼ੇ ਪਾਸ ਕਰਨੇ ਹੈ। ਅਸੀਂ /50% ਅਸੀਂ ਉਹ ਜਿਹੜੇ ਪ੍ਰੀਮੀਅਮ ਸੀਗੇ 22 ਤਰ੍ਹਾਂ ਦੇ, ਉਹ ਅਸੀਂ ਸਲੈਸ਼ ਕਰਤੇ 31 ਦਸੰਬਰ 2021 ਤੱਕ। ਉਹ 'ਚ 2,000 ਕਰੋੜ ਦਾ ਇਮੀਡੀਏਟ ਲੋਕਾਂ ਨੂੰ ਰਿਲੀਫ ਦਿੱਤਾ। ਉਸ ਤੋਂ ਇਲਾਵਾ ਅਸੀਂ ਜਿਹੜੇ ਸ਼ਾਪਕੀਪਰ ਸੀਗੇ ਜਾਂ ਵੱਡੇ ਬੰਬਈ 'ਚ 1,000 ਹੋਰਡਿੰਗ ਲੱਗਦੇ ਆ, ਹੋਰਡਿੰਗ ਕੰਪਨੀਆਂ ਦੇ, ਇਹਨਾਂ ਦੀ ਲਾਇਸੈਂਸ ਫੀਸ ਮਾਫ ਕਰਤੀ ਤੇ ਲੋਕਾਂ ਨੂੰ ਅਸੀਂ ਬੜਾ ਰਿਲੀਫ ਦਿੱਤਾ। ਐਂਡ ਰੀਅਲ estate ਤਾਂ ਇੱਕ ਮੈਨੂੰ ਕਹਿੰਦੀ ਹੈ ਜਿਹੜੀ ਮਹਾਰਾਸ਼ਟਰ ਚੈਂਬਰ ਹਾਊਸਿੰਗ ਇੰਡਸਟਰੀ ਹੈ ਜਾਂ ਪਿਆਟਾ ਹੈ, ਨਰਾਡਕੋ ਹੈ, ਇਹ ਕਹਿੰਦੇ ਕ੍ਰੇਡਾਈ ਹੈ, ਉਹ ਕਹਿੰਦੇ ਵੀ 2015-16 ਤੋਂ ਮੰਦੀ ਚੱਲ ਰਹੀ ਸੀ ਰੀਅਲ estate 'ਚ, ਔਰ ਇਹ ਕੋਵਿਡ 'ਚ ਉਹਨਾਂ ਦਾ 골ਡਨ ਡੇ ਸ਼ੁਰੂ ਹੋ ਗਏ। ਆਹੋ, ਕਿਉਂਕਿ ਇਹ ਛੋਟੀਆਂ ਚੀਜ਼ਾਂ ਹੀ ਬੜੀ ਰਾਹਤ ਦਿੰਦੀਆਂ ਜਦੋਂ ਬੰਦਾ ਫਸਿਆ ਹੁੰਦਾ। ਇੱਕ ਗੱਲ ਹੋਰ ਚਾਲ ਸਾਹਿਬ ਬੜੀ ਇੰਪੋਰਟੈਂਟ ਹੈਗੀ ਹੈ। ਮੈਂ ਇਸ ਪੂਰੇ ਪੈਂਡੇਮਿਕ ਦੇ ਵਿੱਚ ਅਸੀਂ ਦੇਖਿਆ ਕਿ ਰੈਮਡੇਸਿਵਰ ਇੰਜੈਕਸ਼ਨ ਹੈ ਜਿਹੜਾ ਉਹ 18,000 ਦਾ ਮਿਲ ਰਿਹਾ, ਕਿਤੇ ਕੋਈ ਦਵਾਈ ਮਿਲ ਰਹੀ ਉਹ 20,000 ਰੁਪਏ ਦੀ। ਬਲੈਕ ਮਾਰਕੀਟਿੰਗ ਬੜੀ ਹੋਈ, ਦੱਬ ਕੇ ਹੋਈ। ਆਕਸੀਜਨ ਦੇ ਸਿਲੰਡਰ ਤੱਕ 50-50 ਹਜ਼ਾਰ ਦੇ ਵਿਕੇ। ਦਿੱਲੀ ਦੇ ਵਿੱਚ ਅਸੀਂ ਹਾਲਾਤ ਦੇਖੇ, ਪੰਜਾਬ ਦੇ ਵਿੱਚ ਵੀ ਅਸੀਂ ਹਾਲਾਤ ਦੇਖੇ, ਮੁੰਬਈ ਦੇ ਵਿੱਚ ਵੀ ਤੁਹਾਡੇ ਸਾਹਮਣੇ ਇਦਾਂ ਦੇ ਚੈਲੰਜਸ ਆਏ ਹੋਣੇ ਕਿ ਦਵਾਈਆਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ, ਇੰਜੈਕਸ਼ਨਸ ਦੀ ਹੋ ਰਹੀ ਹੈ। ਬਿਲਕੁਲ ਨਹੀਂ। ਅਸੀਂ ਕੀ ਕੀਤਾ ਕਿ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਹੈਗਾ। 1 ਅਪ੍ਰੈਲ ਨੂੰ ਸਾਡੀ ਸਟੇਟ ਗਵਰਨਮੈਂਟ ਨੇ ਬਾਕੀ ਜ਼ਿਲ੍ਹਿਆਂ ਵਾਸਤੇ ਇੱਕ ਟੈਂਡਰ ਕੱਢਿਆ, ਉਹ 550 ਰੁਪਏ ਰੇਟ ਆਇਆ ਰੈਮਡੇਸਿਵਰ ਦਾ, 56,000 ਵਾਇਲ ਦਾ। ਉਸ ਤੋਂ ਬਾਅਦ 5 ਅਪ੍ਰੈਲ ਨੂੰ ਮੇਰਾ ਟੈਂਡਰ ਖੁੱਲਿਆ, ਮੇਰਾ ਰੇਟ ਆਇਆ 1558, ਮਤਲਬ 300% ਹਾਇਰ। ਸੋ ਮੇਰੇ ਅਫਸਰ ਮੈਨੂੰ ਕਹਿੰਦੇ ਵੀ 4 ਦਿਨਾਂ ਬਾਅਦ ਉਸ ਸੇਮ ਸ਼ਹਿਰ 'ਚ ਜਿੱਥੇ ਸਾਡੀ ਸਚਿਵਾਲਿਆ ਹੈਗੀ, ਸੈਕਟਰੀਏਟ ਹੈਗੀ 4 ਕਿਲੋਮੀਟਰ ਦੂਰੀ ਤੇ, ਉੱਥੇ ਜੇ 500 ਰੁਪਏ ਦਾ ਆਇਆ ਤਾਂ ਆਪਾਂ 1500 ਕਿਵੇਂ ਫਾਈਨਲ ਕਰੀਏ। ਔਰ ਸਾਡੀ ਜਿਹੜੀ ਕੁਆਂਟੀਟੀ ਸੀ 2 ਲੱਖ ਸੀ, 13 ਕਰੋੜ ਦਾ ਫਰਕ ਪੈ ਰਿਹਾ ਸੀਗਾ। ਮੈਂ ਕੰਪਨੀ ਜਿਹੜੀ ਮਾਈਲਨ ਕੰਪਨੀ ਹੈ ਬੈਂਗਲੌਰ ਨੂੰ ਫੋਨ ਕੀਤਾ, ਉਹ ਕਹਿੰਦੇ ਵੀ ਇੰਨੀ ਸ਼ਾਰਟੇਜ ਹੈ, ਤੁਸੀਂ 2 ਘੰਟੇ ਦਾ ਅੰਦਰ ਸਾਨੂੰ ਜੇ ਵਰਕ ਆਰਡਰ ਨਾ ਦਿੱਤਾ, ਕੱਲ ਸਵੇਰ ਤੋਂ ਅਸੀਂ ਉਹਨੂੰ ਜ਼ੀਰੋ ਸਪਲਾਈ ਕਰਾਂਗੇ, ਚਾਹੇ ਮਰਜ਼ੀ ਕੋਈ ਰੇਟ ਹੋਵੇ। ਮੇਰੇ ਵਾਸਤੇ ਬੜਾ ਵੱਡਾ ਸੰਕਟ ਆ ਗਿਆ। ਪਰ ਮੈਂ 5 ਮਿੰਟਾਂ 'ਚ ਮੈਂ ਫਾਈਲ ਤੇ ਨੋਟਿੰਗ ਕੀਤੀ। ਮੈਂ ਕਿਹਾ ਇਹ ਜਾਨਾਂ ਬਚਾਉਣ ਦੀਆਂ ਔਰ ਪੈਸੇ ਦੀ ਦੋਨਾਂ ਦੇ ਵਿੱਚ ਨਾ ਚੋਇਸ ਹੈਗੀ। So I said I will like to save human lives at any cost। ਇਹ ਲਿਖ ਕੇ ਮੈਂ ਵਰਕ ਆਰਡਰ ਇਸ਼ੂ ਕਰਤਾ, ਔਰ ਮੇਰੇ ਆਪਣੇ WhatsApp ਫੋਨ ਤੋਂ ਮੈਂ WhatsApp ਕੀਤਾ ਵਰਕ ਆਰਡਰ। ਅਗਲੇ ਦਿਨ ਸਵੇਰੇ ਟਾਈਮਸ ਆਫ ਇੰਡੀਆ ਫਰੰਟ ਪੇਜ ਤੇ ਆਇਆ ਕਿ ਮੈਡੀਕਲ ਸਕੈਮ ਹੋ ਗਿਆ, 13 ਕਰੋੜ ਵੱਧ ਰੇਟ ਤੇ ਦਵਾਈਆਂ ਖਰੀਦੀਆਂ ਜਾ ਰਹੀਆਂ। ਔਰ ਲੋਕਾਂ ਨੇ ਐਂਟੀ ਕਰਪਸ਼ਨ ਬਿਊਰੋ ਦੀ ਮੰਗ ਕੀਤੀ ਕਿ ਇਹ ਕੇਸ ਵਿਜੀਲੈਂਸ ਨੂੰ ਦੇ ਦਿਓ। ਪਰੰਤੂ ਰੱਬ ਨੇ ਮੇਰੀ ਮਦਦ ਕੀਤੀ ਕਿ ਜਿਹੜਾ 56,000 ਦਾ ਟੈਂਡਰ ਸੀ, ਅੱਜ ਤੱਕ ਇੱਕ ਸਪਲਾਈ ਨਹੀਂ ਹੋਈ ਉਹਦੇ ਸੁਫਲਾ ਦੀ, ਉਹਨਾਂ ਕੋਲ ਸਟਾਕ ਹੀ ਹੈ ਨਹੀਂ ਸੀਗਾ। ਉਹ ਬਾਅਦ 'ਚ ਮੇਰਾ ਟੈਂਡਰ ਜਿਹੜਾ ਸੀਗਾ ਲੋਐਸਟ ਬਣ ਗਿਆ। ਹਿੰਦੁਸਤਾਨ ਦੀਆਂ 12 ਸਟੇਟਾਂ ਨੇ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਉਹਨਾਂ ਨੇ ਬਿਨਾਂ ਟੈਂਡਰ ਕੱਢੇ BMC ਦਾ ਜਿਹੜਾ ਵਰਕ ਆਰਡਰ ਤੇ ਉਹਨਾਂ ਨੇ ਆਪਣੇ ਵਰਕ ਆਰਡਰ ਦੇਤੇ। ਔਰ ਮੈਨੂੰ ਮਾਈਲਨ ਕੰਪਨੀ ਦੇ ਚੇਅਰਮੈਨ ਦਾ ਅਮਰੀਕਾ ਤੋਂ ਫੋਨ ਆਇਆ ਕਿ ਤੇਰੇ ਟੈਂਡਰ ਤੇ 12 ਸਟੇਟਾਂ ਨੇ ਆਪਣੇ ਵਰਕ ਆਰਡਰ ਪਲੇਸ ਕਰਤੇ ਬਿਨਾਂ ਟੈਂਡਰ ਕੱਢੇ। ਔਰ ਅਸੀਂ 2 ਲੱਖ ਵਾਇਲ ਚੱਕੇ
ਔਰ ਸਾਡੇ ਕੋਲ ਪੂਰਾ ਅਪ੍ਰੈਲ ਔਰ ਪੂਰਾ ਮਈ 1558 ਰੁਪਏ ਚ ਸਾਡੇ ਕੋਲ 2 ਲੱਖ ਵਾਇਲ ਸੀਗੇ ਔਰ ਹਿੰਦੁਸਤਾਨ ਚ ਕੋਈ ਸਟੇਟ ਹੈ ਨਹੀਂ ਸੀਗੀ ਇੰਕਲੂਡਿੰਗ ਮਹਾਰਾਸ਼ਟਰ ਗਵਰਨਮੈਂਟ ਵੀ ਜਿਹਦੇ ਕੋਲੇ 2 ਲੱਖ ਦਾ ਸਟਾਕ ਸੀਗਾ ਔਰ ਪਿਛਲੇ ਸਾਲ ਵੀ ਚਾਹੇ ਟੌਸੀ ਮੈਪ ਹੈਗਾ ਅੱਜ ਵੀ ਅਸੀਂ 120 ਕਰੋੜ ਖਰਚ ਕਰਕੇ ਜਿਹੜਾ ਮਿਊਕਰ ਮਾਈਕੋਸਿਸ ਹੈਗਾ ਇਹਦੀ ਦਵਾਈ ਬੜੀ ਮਹਿੰਗੀ ਹੈ ਅਸੀਂ 1000 ਪੇਸ਼ੈਂਟਾਂ ਵਾਸਤੇ 120 ਕਰੋੜ ਖਰਚਾ ਆਇਆ 12 ਲੱਖ ਖਰਚਾ ਆਉਂਦਾ ਇੱਕ ਪੇਸ਼ੈਂਟ ਦੇ ਇਲਾਜ ਵਾਸਤੇ ਉਹਦੇ 6 ਇੰਜੈਕਸ਼ਨ ਲੱਗਦੇ ਹੈ 7000 ਰੁਪਏ ਦੇ 42000 ਔਰ 21 ਦਿਨਾਂ ਦਾ ਕੋਰਸ ਹੈ 12 ਲੱਖ ਖਰਚਾ ਆਉਂਦਾ ਇੱਕ ਪੇਸ਼ੈਂਟ ਨੂੰ ਜੇ ਠੀਕ ਕਰਨਾ ਹੈ ਪਰ ਉਹ 100% ਐਕੂਰੇਟ ਦਵਾਈ ਹੈ ਬੰਦਾ 100% ਸਹੀ ਹੋ ਜਾਂਦਾ ਹੈ ਅੱਜ ਸਾਡੇ ਕੋਲ 168 ਪੇਸ਼ੈਂਟ ਹੈਗੇ ਕਿਤੇ ਵੀ ਦਵਾਈ ਦੀ ਕਮੀ ਹੈ ਨਹੀਂ ਜਦੋਂ ਮੈਂ ਵਰਕ ਆਰਡਰ ਦਿੱਤਾ ਮੇਰੇ ਆਪ ਬੰਦੇ ਕਹਿੰਦੇ ਸਰ 120 ਕਰੋੜ ਦਾ ਵਰਕ ਆਰਡਰ ਹੈ ਦਵਾਈ ਦਾ ਐਜ਼ ਇਟ ਡਜ਼ਨਟ ਮੈਟਰ ਬੰਦੇ ਨੂੰ ਆਪਾਂ ਇੱਕ ਜਾਨ ਬਚਾਣੀ ਹੈ ਹੁਣ ਸਾਡੇ ਕੋਲ ਪਰਸੋਂ ਸ਼੍ਰੀਨਗਰ ਤੋਂ ਪੇਸ਼ੈਂਟ ਆ ਗਏ ਇੱਥੇ ਮਿਊਕਰ ਮੁਕੱਸਸ ਦਾ ਇਲਾਜ ਕਰਾਉਣ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਬੰਬਈ 'ਚ ਦਵਾਈਆਂ ਫ੍ਰੀ ਮਿਲਦੀਆਂ ਹਸਪਤਾਲਾਂ 'ਚ ਸੋ ਅਸੀਂ ਪਿੱਛੇ ਨਹੀਂ ਹਟੇ ਕਿਤੇ ਵੀ ਨਾ ਅਸੀਂ ਰਿਸਕ ਬੜੀ ਲਈ ਹੈਗੀ ਇਹ ਜਿਹੇ ਕੰਮ 'ਚ ਜੇ ਹੁਣ ਅਫਸਰ ਸੋਚਦੇ ਰਹਿਣਗੇ ਕਿ ਕੱਲ ਆਡਿਟ ਆਬਜੈਕਸ਼ਨ ਆ ਜਾਊਗਾ ਮੇਰੀ ਇਨਕੁਆਇਰੀ ਫਿਰ ਬੰਦਾ ਫੈਸਲੇ ਨਹੀਂ ਲੈਂਦਾ ਔਰ ਫਿਰ ਪੈ ਜਾਂਦੇ ਬਾਅਦ ਮਾਲ ਨਹੀਂ ਮਿਲਦਾ ਹਾਂ ਇੱਕ ਗੱਲ ਹੋਰ ਚਾਲ ਸਾਹਿਬ ਦਿੱਲੀ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲਿਆ ਕਿ ਪੇਸ਼ੈਂਟ ਸ਼ਿਫਟ ਹੁੰਦੇ ਗਏ ਪੰਜਾਬ ਦੇ ਵਿੱਚ ਜਲੰਧਰ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਤੁਹਾਨੂੰ ਪਤਾ ਵੀ ਹੋਏਗਾ ਕਿ ਜਲੰਧਰ ਨੂੰ ਪੰਜਾਬ ਦਾ ਮਿਡ ਸਿਟੀ ਕਿਹਾ ਜਾਂਦਾ ਖਾਸ ਤੌਰ ਤੇ ਨਾਰਥ ਏਰੀਆ ਦਾ ਜਲੰਧਰ ਦੇ ਵਿੱਚ ਢੇਰਾਂ ਦੇ ਢੇਰ ਪੇਸ਼ੈਂਟਸ ਆਏ ਦਿੱਲੀ ਤੋਂ ਪੰਜਾਬ ਦੇ ਵੱਖ-ਵੱਖ ਹਸਪੀਟਲਸ ਦੇ ਵਿੱਚ ਆਏ ਇਦਾਂ ਹੀ ਮੁੰਬਈ ਤੋਂ ਵੀ ਕੀ ਸ਼ਿਫਟ ਹੋਏ ਜਾਂ ਮੁੰਬਈ ਦੇ ਵਿੱਚ ਵੀ ਬਾਹਰੋਂ ਕਿਤੇ ਪੇਸ਼ੈਂਟ ਆਏ ਸਾਡੇ ਕੋਲੇ ਘੱਟੋ ਘੱਟ 15 ਤੇ 에ਅਰ ਐਂਬੂਲੈਂਸ ਆਈਆਂ ਪੂਰੇ ਇੰਡੀਆ ਚੋਂ ਉਸ ਤੋਂ ਇਲਾਵਾ ਇੱਕ ਬੰਦਾ ਗੜਗਾਉਂ ਦਾ ਸੀਗਾ ਉਹਨੂੰ 2 ਦਿਨ ਬੈੱਡ ਨਹੀਂ ਮਿਲਿਆ ਉਹਦੀ ਤਬੀਅਤ ਖਰਾਬ ਹੋ ਗਈ ਉਹਦੀ ਘਰਵਾਲੀ ਨੇ ਐਂਬੂਲੈਂਸ ਕਰਾਈ 1,10,000 ਰੁਪਏ ਕਿਰਾਇਆ ਦਿੱਤਾ 2 ਦਿਨ ਚੱਲ ਕੇ ਬੰਬਈ ਪਹੁੰਚੇ ਸਾਡੇ ਇੱਥੇ ਸੈਂਟ ਜਾਰਜ ਹਸਪੀਟਲ BMC ਉੱਥੇ ਠੀਕ ਹੋ ਕੇ ਡਿਸਚਾਰਜ ਹੋ ਗਏ ਹੁਣ ਸਾਡਾ ਇਕਨੋਮਿਕ ਟਾਈਮਸ ਦਾ ਜਿਹੜਾ ਮੇਨ ਕੋਰਸਪੋਂਡੈਂਟ ਬੰਬਈ ਦਾ ਉਹ ਪਿੰਡ ਗਿਆ ਸੀ ਆਪਣੇ ਮਦਰਾਸ ਕੋਲੇ ਚੇਨਈ ਕੋਲੇ ਉੱਥੇ ਕੋਵਿਡ ਹੋ ਗਿਆ ਚੇਨਈ 'ਚ ਬੈੱਡ ਨਹੀਂ ਮਿਲਿਆ ਪਰਸੋਂ ਦੀ ਗੱਲ ਹੈ ਡੇ ਫॉर ਯੈਸਟਰਡੇ 1300 ਕਿਲੋਮੀਟਰ ਐਂਬੂਲੈਂਸ ਬੈਠ ਕੇ ਉਹ ਸਾਡੇ ਇੱਥੇ 7 ਹਸਪੀਟਲ BMC ਉੱਥੇ ਆ ਕੇ ਇਲਾਜ ਕਰਵਾ ਰਿਹਾ ਔਰ ਸ਼ਾਇਦ ਉਹਨੂੰ 2 ਦਿਨਾਂ ਨੂੰ ਡਿਸਚਾਰਜ ਮਿਲੂਗਾ ਸਾਡੇ ਕੋਲ ਘੱਟੋ ਘੱਟ ਸੈਂਕੜੋ ਕੇਸ ਇਸ ਤਰ੍ਹਾਂ ਦੇ ਵਿਸ਼ਵਾਸ ਸੀ ਲੋਕਾਂ ਦਾ ਇਲਾਜ ਕਰਵਾਉਣਾ ਕਿ ਬਚ ਜਾਣਗੇ 6 ਸਾਡੇ ਕੋਲ 에ਅਰ ਐਂਬੂਲੈਂਸ ਦੁਬਈ ਤੋਂ ਆਈ ਹੈ ਦੁਬਈ ਦੇ ਪੇਸ਼ੈਂਟ ਬੰਬੇ ਆ ਰਹੇ ਹੈ ਕੋਵਿਡ ਦਾ ਇਲਾਜ ਕਰਾਉਣ ਵਾਸਤੇ ਚੱਲ ਸਾਹਿਬ ਆਪਾਂ ਨੂੰ ਵਾਈਂਡ ਅਪ ਕਰਨਾ ਪਏਗਾ ਇੱਕ ਦੋ ਗੱਲਾਂ ਮੈਂ ਛੋਟੇ ਜ਼ਰੂਰ ਜਾਣਨਾ ਚਾਹਨਾ ਤੁਹਾਡੀ ਪੰਜਾਬੀ ਬਹੁਤ ਸੋਹਣੀ ਹੈਗੀ ਹੈ ਮਹਾਰਾਸ਼ਟਰ ਦੇ ਵਿੱਚ ਮਰਾਠੀ ਬੜੀ ਬਿਲਕੁਲ ਹੀ ਪੰਜਾਬੀ ਦੇ ਉਲਟ ਹੈਗੀ ਹੈ ਲੈਂਗੁਏਜ ਦੀ ਸਮੱਸਿਆ ਆਈ ਤੁਹਾਨੂੰ ਕਿ ਨਹੀਂ ਆਈ ਬਿਲਕੁਲ ਸਮੱਸਿਆ ਨਹੀਂ ਆਈ ਕਿ ਮੇਰੇ ਪਹਿਲਾਂ ਤਾਂ ਮੇਰੇ ਪਿਤਾ ਜੀ ਫੌਜ ਸੀਗੇ ਅਸੀਂ ਮੇਰਾ 7 ਸਕੂਲਾਂ 'ਚ 7 ਸ਼ਹਿਰਾਂ 'ਚ ਪਟਿਆਲਾ ਪਠਾਨਕੋਟ ਜੋਧਪੁਰ ਅਹਿਮਦਨਗਰ ਤੇਜ਼ਪੁਰ ਅਲੱਗ-ਅਲੱਗ ਜਗ੍ਹਾ ਤੇ ਮੇਰਾ ਐਜੂਕੇਸ਼ਨ ਹੋਇਆ ਕੇਂਦਰੀ ਵਿਦਿਆਲਿਆ ਸੈਂਟਰ ਸਕੂਲਾਂ 'ਚ ਤੇ ਉਸ ਤੋਂ ਬਾਅਦ ਮੈਨੂੰ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਸੀਗੇ ਵੀ ਤੂੰ ਹੁਣ ਮਹਾਰਾਸ਼ਟਰ ਤੈਨੂੰ ਕਾਡਰ ਮਿਲ ਗਿਆ ਹੈਗਾ ਤੇਰੀ ਮਰਾਠੀ ਲੋਕਲ ਜਿਹੜੇ ਉੱਥੇ ਪਿੰਡੂ ਜਿਹੜੇ ਮਾਨਯੋਗ ਮੰਤਰੀ ਹੈਗੇ ਸਕੂਲ ਬੈਕਗ੍ਰਾਉਂਡ ਦੇ ਜਾਂ ਸਰਪੰਚ ਆ ਉੱਥੋਂ ਦੇ ਉਹ ਤੁਹਾਡੇ ਕੋਲ ਜੇ ਕੰਮ ਆਉਣਗੇ ਤੁਸੀਂ DC ਬਣਾਓਗੇ ਤੁਸੀਂ ਇਹ ਉਹਨੂੰ ਸਮਝਾਉਣਾ ਹੈਗਾ ਕਿ ਤੁਹਾਡਾ ਕੰਮ ਕਿਉਂ ਨਹੀਂ ਹੋ ਸਕਦਾ ਹੈਗਾ ਤੁਹਾਡੀ ਮਰਾਠੀ ਜਦ ਤੱਕ ਉਦੋਂ ਬੈਟਰ ਨਹੀਂ ਹੋਏਗੀ ਤੁਸੀਂ ਉਹਨੂੰ ਕਨਵਿੰਸ ਨਹੀਂ ਕਰ ਪਾਓਗੇ ਤੇ ਇੱਕ ਵਾਰੀ ਮੈਂ ਔਰੰਗਾਬਾਦ ਦਾ DC ਸੀਗਾ ਤੇ ਮੈਂ 40 ਮਿੰਟ ਦੀ ਸਪੀਚ ਦਿੱਤੀ ਤੇ ਨਵਾਂ ਸਾਡੇ ਮੁੱਖ ਮੰਤਰੀ ਬਣੇ ਸੀ ਨਾਰਾਇਣ ਰਾਣੇ ਉਹ ਮੈਨੂੰ ਬੁਲਾ ਕੇ ਕਹਿੰਦੇ ਵੀ ਤੂੰ ਮਹਾਰਾਸ਼ਟਰ ਦਾ ਕਿ ਬਾਹਰ ਦਾ ਹੈ ਜਦੋਂ ਮੈਂ ਕਿਹਾ ਜੀ ਮੈਂ ਤਾਂ ਪੰਜਾਬ ਦਾ ਉਹ ਹੱਸਣ ਲੱਗ ਗਿਆ ਕਮਾਲ ਹੈ ਕਹਿੰਦਾ ਤੇਰੀ ਮਰਾਠੀ ਮੈਥੋਂ ਚੰਗੀ ਹੈ ਸੋ ਮੈਂ ਸ਼ੁਰੂ ਤੋਂ ਸੋਚ ਰੱਖਿਆ ਸੀਗਾ ਕਿ ਇੰਨੀ ਕਮਾਂਡ ਹੋਣੀ ਚਾਹੀਦੀ ਹੈ ਲੋਕਲ ਲੈਂਗੁਏਜ ਦੀ ਕਿ ਬਿਨਾਂ ਕਮਾਂਡ ਤੋਂ ਤੁਸੀਂ ਕੰਮ ਨਹੀਂ ਚਲਾ ਸਕਦੇ ਚੱਲ ਸਾਹਿਬ ਇੱਕ ਆਖਰੀ ਸਵਾਲ ਇਸ ਕੋਵਿਡ ਦੌਰਾਨ ਅਸੀਂ ਬੜਾ ਕੁਝ ਗਵਾਇਆ ਅਸੀਂ ਬੜਾ ਕੁਝ ਸਿੱਖਿਆ ਬੜੀਆਂ ਚੁਣੌਤੀਆਂ ਰਹੀਆਂ ਬਤੌਰ ਇੱਕ IAS ਅਫਸਰ ਬਤੌਰ BMC ਕਮਿਸ਼ਨਰ ਇਸ ਪੂਰੇ ਪੈਂਡੈਮਿਕ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਔਰ ਇੱਕ ਹੋਰ ਗੱਲ ਕੀ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡੀਆਂ ਪ੍ਰਾਇੋਰਟੀਜ਼ ਕੀ ਨੇ ਸਾਡੀਆਂ ਪ੍ਰਾਇੋਰਟੀਜ਼ ਚੇਂਜ ਕਰਨ ਦਾ ਸਮਾਂ ਆ ਚੁੱਕਾ ਹੈ ਸਾਡੀਆਂ ਪ੍ਰਾਇੋਰਟੀਜ਼ ਐਜੂਕੇਸ਼ਨ ਸਾਡੀਆਂ ਪ੍ਰਾਇੋਰਟੀਜ਼ ਹੈਲਥ ਹੋਣੀਆਂ ਚਾਹੀਦੀਆਂ ਬਾਕੀ ਸਾਰੀਆਂ ਚੀਜ਼ਾਂ ਬਾਅਦ 'ਚ ਹੋਣੀਆਂ ਚਾਹੀਦੀਆਂ ਬਿਲਕੁਲ ਇਹ ਜਿਹੜਾ ਪੈਂਡੈਮਿਕ ਹੈਗਾ ਇਹ ਆਪਣੀ ਸੋਚ ਨੂੰ ਹਮੇਸ਼ਾ ਵਾਸਤੇ ਬਦਲ ਦਊਗਾ ਇਹ 'ਚ ਜਿਹੜਾ ਹੈਲਥ ਸੈਕਟਰ ਕਿੰਨਾ ਇੰਪੋਰਟੈਂਟ ਹੈਗਾ ਫੋਰ ਐਗਜ਼ਾਮਪਲ ਅਸੀਂ ਇਸ ਸਾਲ ਹੀ ਅਸੀਂ ਹੈਲਥ ਦਾ ਬਜਟ 400% ਕਰਤਾ BMC 'ਚ ਸਾਡਾ ਪਹਿਲਾਂ 1000 ਕਰੋੜ ਬਜਟ ਹੁੰਦਾ ਸੀ ਹੁਣ 4600 ਕਰੋੜ ਕਰਤਾ ਐਤਕੀ ਔਰ ਇਹ ਇੱਕ ਤਾਂ ਇਹ ਦੂਸਰਾ ਇੱਕ ਜ਼ਮਾਨਾ ਸੀਗਾ ਜਦੋਂ ਅਸੀਂ DC ਹੁੰਦੇ ਸੀਗੇ ਕਿ ਕੋਈ ਆਨਰੇਬਲ CM ਸਾਹਿਬ ਨੇ ਜਾਂ ਕੋਈ ਚੀਫ ਸੈਕਟਰੀ ਸਾਹਿਬ ਨੇ ਮੀਟਿੰਗ ਬੁਲਾਈ ਸਾਰੇ ਜ਼ਿਲ੍ਹਿਆਂ 'ਚੋਂ DC ਜਾ ਰਹੇ SSP ਜਾ ਰਹੇ ਗੱਡੀਆਂ ਤੇ ਚੰਡੀਗੜ੍ਹ ਜਾਂ ਬੰਬੇ ਆ ਰਹੇ ਅਸੀਂ ਉੱਥੋਂ ਔਰ ਉੱਥੇ ਰਾਤ ਰਹਿ ਕੇ ਅਗਲੇ ਦਿਨ ਵਾਪਸ ਮੁੜਦੇ ਆ ਕੋਈ ਬੰਦੇ 2 ਦਿਨ ਨਹੀਂ ਮੁੜਦੇ 3 ਦਿਨ ਨਹੀਂ ਮੁੜਦੇ ਹੁਣ ਪੈਂਡੈਮਿਕ ਤੋਂ ਬਾਅਦ ਇਹ ਜ਼ੂਮ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ ਔਰ ਜਿਹੜਾ ਰਿਵਾਜ ਹੈਗਾ
ਕਿ ਜ਼ਿਲ੍ਹਿਆਂ ਚੋਂ ਤੁਸੀਂ ਹੈੱਡਕੁਆਟਰ ਤੇ ਮੀਟਿੰਗਾਂ 'ਚ ਆਉਣਾ, ਉਹ ਖਤਮ ਹੋ ਜਾਊਗਾ। ਬਿਲਕੁਲ ਔਰ ਠੀਕ ਉਸ ਤੋਂ ਇਲਾਵਾ ਜ਼ਿਲ੍ਹਿਆਂ 'ਚ ਵੀ ਤੁਸੀਂ ਜਦੋਂ ਐਜ਼ ਅ ਡੀਸੀ ਕੋਆਰਡੀਨੇਸ਼ਨ ਮੀਟਿੰਗ ਲੈਂਦੇ ਹੋ ਜਾਂ ਡਿਵੀਜ਼ਨ ਕਮਿਸ਼ਨ ਮੀਟਿੰਗ ਲੈਂਦਾ ਹੈ, ਤਹਿਸੀਲਦਾਰ ਆਉਂਦੇ ਆ ਆਪਦੇ ਤਹਿਸੀਲਾਂ 'ਚ, ਉਹ ਵੀ ਆਉਣੇ ਬੰਦ ਹੋ ਜਾਣਗੇ, ਉਹ ਵੀ ਜ਼ੂਮ ਮੀਟਿੰਗਾਂ ਤੇ ਬੈਠ ਕੇ ਮੀਟਿੰਗਾਂ ਕਰਨਗੇ। ਤੁਸੀਂ ਹਿਸਾਬ ਲਾ ਲਓ ਕਿ ਲੱਖਾਂ ਗੱਡੀਆਂ ਭੱਜਣੀਆਂ ਬੰਦ ਹੋ ਜਾਣਗੀਆਂ। ਉਸ ਤੋਂ ਬਾਅਦ ਇਹ ਪੂਰਾ ਸਿਸਟਮ ਹੁਣ IT ਬੇਸ ਹੋ ਜਾਏਗਾ, ਸਪੈਸ਼ਲੀ ਜਿਹੜਾ ਗਵਰਨਮੈਂਟ ਦਾ ਵਰਕਿੰਗ ਹੈਗਾ। ਔਰ ਇਹ ਅਨੇਕ ਗੱਲਾਂ ਆਪਾਂ ਨੂੰ ਚੰਗੀਆਂ ਦੇ ਕੇ ਜਾਊਗਾ ਇੱਕ ਪੈਂਡੇਮਿਕ। ਇਹ ਆਪਾਂ ਨੂੰ ਪੋਜ਼ਿਟਿਵਲੀ ਸੋਚਣਾ ਚਾਹੀਦਾ ਹੈਗਾ। ਔਰ ਮੇਰੇ ਹਿਸਾਬ ਨਾਲ ਪਰਸਨਲ ਮੇਰਾ ਐਕਸਪੀਰੀਅੰਸ ਇਹ ਹੈਗਾ ਕਿ ਮੈਂ ਪਹਿਲੀ ਵਾਰ ਰਿਅਲਾਈਜ਼ ਕੀਤਾ ਹੈਗਾ ਕਿ ਜੋ ਬੰਦੇ ਨੂੰ ਸੈਟਿਸਫੈਕਸ਼ਨ ਜਾਂ ਖੁਸ਼ੀ ਮਿਲਦੀ ਹੈਗੀ ਇੱਕ ਦੂਸਰੇ ਬੰਦੇ ਦੀ ਜਾਨ ਬਚਾਉਣ 'ਚ, ਬਚਾ ਕੇ ਉਹ ਜ਼ਾਹਿਰ ਨਹੀਂ ਕਰੀ, ਉਹ ਤੁਸੀਂ ਯੂ ਕੈਨਟ ਡਿਸਕਲੋਜ਼ ਔਰ ਯੂ ਕੈਨਟ ਸ਼ੇਅਰ। ਮਤਲਬ ਤੁਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ। ਅੱਜ ਜਦੋਂ ਲੋਕੀ ਮੈਨੂੰ ਕਹਿੰਦੇ ਹੈਗੇ ਕਿ ਤੁਸੀਂ ਹਜ਼ਾਰਾਂ ਜਾਨਾਂ ਬਚਾਤੀਆਂ ਬੰਬਈ ਸ਼ਹਿਰ 'ਚ, ਔਰ ਤੁਸੀਂ ਬੰਬਈ ਦੇ ਹਰ ਨਾਗਰਿਕ ਦੇ ਦਿਲ 'ਚ ਵਸ ਗਏ ਹੋ, ਮਤਲਬ ਉਹ ਜੋ ਖੁਸ਼ੀ ਮੈਨੂੰ ਮਿਲਦੀ ਹੈ ਉਹ ਬਿਆਨ ਕਰਨ ਤੋਂ ਦੂਰ ਹੈਗੀ। ਬਿਲਕੁਲ ਠੀਕ ਹੈ। ਚਲ ਸਾਹਿਬ, ਸਾਡੀ ਵੀਵਰਸ਼ਿਪ ਪੂਰੀ ਦੁਨੀਆ ਦੇ ਵਿੱਚ ਹੈਗੀ ਹੈ, ਮਹਾਰਾਸ਼ਟਰ 'ਚ ਵੀ ਬਹੁਤ ਹੈਗੀ ਹੈ। ਮੈਂ ਚਾਹੁੰਦਾ 2 ਲਾਈਨਾਂ ਤੁਹਾਡੀਆਂ ਮਰਾਠੀ ਦੇ ਵਿੱਚ ਵੀ ਸੁਣ ਕੇ ਆਪਾਂ ਵਾਈਂਡ ਅਪ ਕਰੀਏ। कुछ भी ਤੁਸੀਂ मराठी ਦੇ ਵਿੱਚ ਕਹੋ, ਮੈਨੂੰ ਕਿਹੜਾ ਸਮਝ ਆਣੀ वैसे। सो हरप्रीत साहेब, आपण मला संधी दिली आज इथे येऊन माझे मुद्दे मांडण्याची, त्या संदर्भात मी आपला मनापासून आभारी आहे। ਥੈਂਕ ਯੂ ਜੀ ਸ਼ੈਲ ਸਾਹਿਬ, ਬਹੁਤ ਬਹੁਤ ਧੰਨਵਾਦ। ਔਰ ਅਸੀਂ ਚਾਹੁੰਦੇ ਹਾਂ ਕਿ ਪੂਰੇ ਭਾਰਤ ਵਿੱਚ ਤੁਹਾਡੇ ਵਰਗੇ ਅਫਸਰ ਹੋਣ ਜਿਹੜੇ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ, ਤਾਂ ਹੀ ਸਾਡਾ ਭਾਰਤ, ਸਾਡਾ ਮੁਲਕ ਹੈ ਜਿਹੜਾ ਉਹ ਬਚ ਸਕਦਾ। ਬਹੁਤ ਬਹੁਤ ਧੰਨਵਾਦ ਚਾਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ, ਥੈਂਕ ਯੂ। ਮੈਨੂੰ ਲੱਗਦਾ ਕਿ ਸੇਧ ਲੈਣ ਦੀ ਜ਼ਰੂਰਤ ਹੈਗੀ ਹੈ। ਸਾਡੇ ਪੰਜਾਬ ਨੂੰ ਵੀ ਬੜਾ ਕੁਝ ਸਿੱਖਣਾ ਪਏਗਾ, ਬੜਾ ਕੁਝ ਸਮਝਣਾ ਪਏਗਾ। ਜੇ ਇੱਕ ਅਫਸਰ ਮੁੰਬਈ ਦੇ ਵਿੱਚ ਰਹਿ ਕੇ ਇੰਨਾ ਸਭ ਕੁਝ ਕਰ ਸਕਦਾ ਤਾਂ ਕੀ ਵੱਖ-ਵੱਖ ਸਰਕਾਰਾਂ ਜਾਂ ਵੱਖ-ਵੱਖ ਅਫਸਰ ਨਹੀਂ ਕਰ ਸਕਦੇ? ਇਹ ਸਿੱਖਣ ਦਾ ਇੱਕ ਮੌਕਾ ਜ਼ਰੂਰ ਹੈਗਾ। ਇੱਕ ਉਦਾਹਰਨ ਪੇਸ਼ ਕੀਤੀ ਇਕਬਾਲ ਸਿੰਘ ਹੋਰਾਂ ਨੇ ਕਿ ਜੇ ਤੁਹਾਡੀ ਸਪਸ਼ਟ ਨੀਤੀ ਹੋਵੇ, ਨੀਅਤ ਹੋਵੇ, ਤਾਂ ਤੁਸੀਂ ਹਜ਼ਾਰਾਂ ਜਾਨਾਂ ਬਚਾ ਸਕਦੇ ਹੋ। ਕਿਉਂਕਿ ਪੂਰੇ ਮੁਲਕ ਦੇ ਵਿੱਚ ਬੜਾ ਰੌਲਾ ਰੱਪਾ ਪਿਆ ਰਿਹਾ ਕਿ ਪ੍ਰਾਈਵੇਟ ਹਸਪੀਟਲਸ ਲੁੱਟ ਕੇ ਖਾ ਗਏ। ਇਹਨਾਂ ਨੇ ਉਦਾਹਰਨ ਸਪਸ਼ਟ ਕਰ ਦਿੱਤੀ ਹੈ ਕਿ ਜੇਕਰ ਤੁਹਾਡਾ ਚੈੱਕ ਹੋਵੇ, ਜੇਕਰ ਤੁਸੀਂ ਨਿਯੰਤਰਣ ਕਰ ਲਓ, ਤਾਂ ਸਾਰਾ ਕੁਝ ਸਹੀ ਟਾਈਮ ਦੇ ਨਾਲ ਹੋ ਵੀ ਜਾਏਗਾ। ਹਜ਼ਾਰਾਂ ਲੋਕਾਂ ਦੀਆਂ ਜਾਨਾਂ ਵੀ ਬਚ ਜਾਣਗੀਆਂ ਤੇ ਲੁੱਟ ਖਸੁੱਟ ਤੋਂ ਵੀ ਬਚ ਸਕਦੇ ਹਾਂ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। प्रेजेंटेड बाय KEI वायर्स एंड केबल्स। हर टेंशन सही चलती रहे।